राधा स्वामी नाम जो गावे सोई तारे काल कलेश साबनाश सुख पावे सब दुख हरे ऐसा नाम अपार कोई वेद ना जानै जो जाने सो पार बाहर ना जग में जनमई राधा स्वामी गाय कर जन्म सफल कर ले यही नाम निज नाम है मन अपने दार ले बैठक स्वामी आद बुद्धि राधा निरख निहार और न कोई लाख सके शोभा गम अपार गोपत रूप यहाँ धारे राधा स्वामी नाम बिना मेहर नहीं पावई यहाँ कोई बेसराम करूं बंदगी राधा स्वामी आगे जिन परताप जीव बहु जागे बारंबार करूं प्रणाम सतगुरु पदम दाम सतनाम आद अनाद जोगाद अनाम संत स्वरूप छोड़ निज धाम आए बाव जल नाव लगाई हमसे जीवन लिया छोड़ाई शब्द दृढ़ाया सूरत बताई करम बरम से लिया बचाई दोहा को
कोट करूं वंदना, अरब खरब दंडोत, राधा स्वामी मिल गए, खुला भगति का स्रोत, भगति सुनाई सबसे न्यारी, वेद कते बनाता है विचारी, सात पुरुष चौथे पदवासा, संतन का वहाँ सदा विलासा, सो कर दरसाया गुरपुरे, बेनम बजे यहाँ अचरज तूरे, आगे अलख पुरुष दरबार, देखा जाए सूरत से सारा, तेस पार आगम लोक एक न्यारा, संत सूरत कोई करत व्यवहार, से दर से अटल अटारी, आद बुध राधा स्वामी महल संवारी, सूरत होई आतकार मगनानी, पुरुष अनामी जाए समानी, सूरत होई आतकार मगनानी, पुरुष अनामी जाए समानी। राधा राधा। हाँ जी बेटे। सार बचन बानी हजूर स्वामी जी महाराज, चेतावनी भाग दूसरा, बचन 15वां, शब्द 16वां। जोड़ो री कोई सुरत नाम से, जोड़ो री कोई सुरत नाम से, ये तन धन कुछ काम न आवे, पड़े लड़ाई जाम से। ये बाणी हजूर स्वामी जी महाराज जी दी चेतावनी का शब्द चेता रहे ने। जिस तरह एक माता पिता अपने बच्चों नूं झिड़कदा भी है और अगाह भी करता है, माँ प्यो तो हमेशा ही चाहता है कि सारे ही बच्चे जिहड़े ने कहने दे विच रहन, सारे बच्चे ही हुक्म मन के
ਅੱਗੇ ਚੱਲ ਕੇ ਸਾਰੇ ਹੀ ਸੁੱਖ ਪਾਉਣ। ਲੇਕਿਨ ਕਈ ਵਾਰ ਜਦੋਂ ਦੇਖਦਾ ਹੈ ਕਿ ਬੱਚੇ ਅਣਗਹਿਲੀ ਕਰ ਰਹੇ ਨੇ, ਕੋਈ ਵੀ ਬੱਚਾ ਜਿਹੜਾ ਆ ਅੱਛੀ ਤਰ੍ਹਾਂ ਆਪਣੇ ਕੰਮ ਵੱਲ ਧਿਆਨ ਨਹੀਂ ਦੇ ਰਿਹਾ, ਅਤੇ ਸਾਨੂੰ ਜਿਸ ਤਰ੍ਹਾਂ ਸਮਝਾਉਣ ਵਾਸਤੇ ਥੋੜ੍ਹਾ ਝਿੜਕਦੇ ਵੀ ਔਰ ਦੱਸਦੇ ਨੇ ਕਿ ਬਈ ਜੇ ਤੁਸੀਂ ਕਹਿਣਾ ਮੰਨੋਗੇ ਤਾਂ ਆਹ ਫਾਇਦੇ ਹੋਣਗੇ, ਜੇ ਤੁਸੀਂ ਕਹਿਣਾ ਨਹੀਂ ਮੰਨੋਗੇ ਤਾਂ ਫਿਰ ਇਹ ਜਿਹੜੇ ਨੁਕਸਾਨ ਹੋਣਗੇ। ਹੁਣ ਇਸ ਦੇਸ਼ ਦੇ ਵਿੱਚ ਸਾਰੀਆਂ ਹੀ ਸੁਰਤਾਂ ਜਿਹੜੀਆਂ ਨੇ, ਜਿੰਨੀਆਂ ਵੀ ਇਹ ਸਭ ਅਸੀਂ ਕਾਲ ਦੇ ਜਾਲ ਦੇ ਵਿੱਚ ਫਸੀਆਂ ਹੈ। ਜਦੋਂ ਤੱਕ ਸਤਿਗੁਰਾਂ ਦੀ ਦਇਆ ਦੇ ਨਾਲ ਉਹਨਾਂ ਦਾ ਵਚਨ ਨਹੀਂ ਮੰਨਦੇ, ਜਦੋਂ ਤੱਕ ਉਸ ਰਸਤੇ 'ਤੇ ਨਹੀਂ ਚੱਲਦੇ, ਉਦੋਂ ਤੱਕ ਕੋਈ ਵੀ ਇੱਥੋਂ ਨਿਕਲ ਨਹੀਂ ਸਕਦੀ। ਹੁਣ ਇਹ ਸੁਰਤ ਜਿਹੜੀ ਸੀ, ਇਹ ਉਸ ਪ੍ਰਭੂ ਨਾਲੋਂ, ਪਰਮੇਸ਼ਵਰ ਨਾਲੋਂ ਵਿਛੜ ਕੇ ਇੱਥੇ ਆਈ, ਔਰ ਇਹਦੇ ਨਿਕਲਣ ਦਾ ਇੱਕੋ ਹੀ ਰਸਤਾ ਹੈ ਕਿ ਸਤਿਗੁਰਾਂ ਦਾ ਨਾਮ ਜਪ ਕੇ, ਉਸ ਨਾਮ ਦੇ ਰੰਗ ਦੇ ਵਿੱਚ ਰੰਗ ਕੇ, ਅਤੇ ਫਿਰ ਹੀ ਇਹ ਇੱਥੋਂ ਨਿਕਲ ਸਕਦੀ ਹੈ। ਹੋਰ ਕੋਈ ਵੀ ਇੱਥੇ ਇਹਦਾ ਕੋਈ ਹੱਲ ਨਹੀਂ। ਲੇਕਿਨ ਇਹ ਸੁਰਤ ਇੱਥੇ ਆ ਕੇ ਹੋਰ ਦੀ ਹੋਰ ਰੰਗਾਂ ਦੇ ਵਿੱਚ ਰੰਗੀ ਗਈ, ਕਈ ਚਾਹ ਇਹਦੇ ਅੰਦਰ ਪੈਦਾ ਹੋ ਗਈ। ਜਿੰਨੇ ਰੰਗ ਤਮਾਸ਼ੇ ਇੱਥੇ ਦੇਖੇ, ਜਿੰਨੇ ਰੰਗ ਰੂਪ ਦੇਖੇ, ਉਨੇ ਹੀ ਰੰਗਾਂ ਦੇ ਵਿੱਚ ਇਹ ਜਿਹੜਾ ਸੀ ਇਹਨੇ ਆਪਣੀ ਸੁਰਤ ਜਿਹੜੀ ਵੰਡੀ ਗਈ। ਲੇਕਿਨ ਸਤਿਗੁਰਾਂ ਨੇ ਇੱਕ ਹੀ ਚੀਜ਼ ਫਰਮਾਈ, ਉਹਨਾਂ ਨੇ ਕਿਹਾ ਕਿ ਨਾਮ ਕੇ ਰੰਗ ਮੇ ਰੰਗ ਜਾ, ਮਿਲੇ ਧਾਮ ਤੋਹੇ ਆਪਣਾ। ਜਦੋਂ ਤੱਕ ਅਸੀਂ ਨਾਮ ਦੇ ਰੰਗ 'ਚ ਨਹੀਂ ਰੰਗੇ ਜਾਂਦੇ, ਉਦੋਂ ਤੱਕ ਉਹ ਕਹਿੰਦੇ ਕਿ ਜਿਹੜਾ ਆਪਣਾ ਘਰ ਹੈ ਉਹ ਨਹੀਂ ਮਿਲ ਸਕਦਾ। ਹੁਣ ਇਸੇ ਤਰ੍ਹਾਂ ਹੀ ਅੱਜ ਦੇ ਬਚਨ ਵਿੱਚ ਉਹਨਾਂ ਨੇ ਫਰਮਾਇਆ ਹੈ ਕਿ ਜੋੜੋ ਰੀ ਕੋਈ ਸੁਰਤ ਨਾਮ ਸੇ। ਹੁਣ ਜਿਸ ਤਰ੍ਹਾਂ ਬੱਚਿਆਂ ਨੂੰ ਕਹੀਦਾ, ਅਤੇ ਕਿਸੇ ਵੇਲੇ ਮਾਂ ਪਿਓ ਝਿੜਕੇ ਵੀ ਕਹਿ ਦਿੰਦੇ ਆ ਕਿ ਚਲੋ ਕੋਈ ਤਾਂ ਕਹਿਣਾ ਮੰਨੋ, ਕੋਈ ਤਾਂ ਪੜ੍ਹ ਲਿਖ ਜਾਓ, ਕੋਈ ਤਾਂ ਉਸ ਚੀਜ਼ ਨੂੰ ਜਾਣ ਲਓ, ਕੋਈ ਅੱਗੇ ਨਿਕਲ ਜਾਓ। ਇਸੇ ਤਰ੍ਹਾਂ ਹੀ ਸਤਿਗੁਰੂ ਬਚਨ ਕਿ ਜੋੜੋ ਰੀ ਕੋਈ ਸੁਰਤ ਨਾਮ ਸੇ। ਕਹਿੰਦੇ ਕੋਈ ਸੁਰਤ ਜਿਹੜੀ ਹੈ, ਕੋਈ ਸਤਿਗੁਰਾਂ ਦਾ ਵਚਨ ਮੰਨ ਕੇ ਇੱਥੋਂ ਨਿਕਲ ਜਾਵੇ। ਉਹ ਇਹ ਤਾਂ ਨਹੀਂ ਚਾਹੁੰਦੇ ਤਾਂ ਸਭ ਵੱਲੋਂ ਹੀ ਹੈ ਕਿ ਸਭ ਹੀ ਉਸ ਹੁਕਮ ਦੇ ਵਿੱਚ ਆ ਕੇ ਅਤੇ ਉਹ ਦਇਆ ਪ੍ਰਾਪਤ ਕਰਨ। ਪਰ ਅਸੀਂ ਦੇਖੀਏ ਕਿ ਜਿਸ ਤਰ੍ਹਾਂ ਸੁਰਤ ਜਿਹੜੀ ਹੈ ਨਾਮ ਵਾਲੇ ਪਾਸੇ ਲੱਗਦੀ ਹੀ ਨਹੀਂ ਹੈ। ਹੋਰ ਇੰਨੇ ਰੰਗ ਨੇ, ਉਹਨਾਂ ਦੇ ਰੰਗਾਂ ਦੇ ਵਿੱਚ ਰੰਗੀਏ, ਪਤਾ ਹੁੰਦਿਆਂ ਹੋਇਆਂ ਵੀ ਕਿ ਸਾਰੇ ਬੰਨਿਓਂ ਮਾਰ ਹੀ ਪੈਂਦੀ ਹੈ, ਹਰ ਬੰਨੇ ਦੁੱਖ ਹੀ ਦੁੱਖ ਨੇ, ਪਰ ਫਿਰ ਵੀ ਇਹ ਨਾਮ ਵਾਲੇ ਪਾਸੇ ਨਹੀਂ ਲੱਗਦੀ। ਇਹ ਇੱਥੋਂ ਦੀ ਮਾਇਆ ਹੀ ਇਸ ਤਰ੍ਹਾਂ ਦੀ ਹੈ ਕਿ ਪਤਾ ਹੁੰਦਿਆਂ ਵੀ ਸਭ ਕੁਛ ਕਹੀ ਵੀ ਜਾਵਾਂਗੇ ਕਿ ਕੋਈ ਆਪਣਾ ਨਹੀਂ ਹੈ, ਕੋਈ ਆਪਣਾ ਨਹੀਂ ਹੈ, ਪਰ ਫਿਰ ਵੀ ਸਭ ਨੂੰ ਆਪਣਾ ਬਣਾਉਣ ਦੀ ਚਾਹਤ ਹੀ ਮਨ ਦੇ ਵਿੱਚ ਰਹਿੰਦੀ ਹੈ ਕਿ ਸਾਰਿਆਂ ਨੂੰ ਆਪਣਾ ਹੀ ਬਣਾ ਲਈਏ। ਔਰ ਇੱਕ ਬੰਨੇ ਪਤਾ ਵੀ ਹੈ ਕਿ ਕੋਈ ਆਪਣਾ ਨਹੀਂ ਹੈ। ਲੇਕਿਨ ਜਦੋਂ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਵਿਸ਼ਵਾਸ ਆ ਜਾਂਦਾ ਹੈ, ਅਤੇ ਫਿਰ ਇਹ ਨਹੀਂ ਕਿ ਕੋਈ ਇੱਥੋਂ ਅਸੀਂ ਦੌੜ ਜਾਂਦੇ ਹਾਂ ਜਾਂ ਕਿਤੇ ਬਾਹਰ ਚਲੇ ਜਾਣਾ, ਰਹਿਣਾ ਇੱਥੇ ਹੀ, ਇਹ ਕੰਮ ਕਾਰ ਸਾਰੇ ਹੀ ਕਰਨੇ ਨੇ। ਕਿਉਂਕਿ ਉਹਨਾਂ ਨੇ ਆਪ ਇੱਥੇ ਅਵਤਾਰ ਧਾਰ ਕੇ ਆਏ, ਔਰ ਆ ਕੇ ਇਨਸਾਨੀ ਚੋਲੇ ਦੇ ਵਿੱਚ ਇਸੇ ਪੰਜ ਤੱਤ ਦੀ ਦੇਹ ਲੈ ਕੇ ਹਰ ਇੱਕ ਕੰਮ ਕਰਕੇ ਦਿਖਾਇਆ। ਭਗਤੀ ਵੀ ਕੀਤੀ, ਸੰਸਾਰੀ ਕੰਮਕਾਰ ਵੀ ਕੀਤੇ, ਮਿਹਨਤਾਂ ਵੀ ਕੀਤੀਆਂ, ਵਿਆਹ ਸ਼ਾਦੀਆਂ ਵੀ ਹੋਈਆਂ, ਬੱਚੇ ਵੀ ਹੋਏ, ਔਰ ਫਿਰ ਵੀ ਉਹ ਨਿਆਰੇ ਦੇ ਨਿਆਰੇ ਰਹੇ, ਫਿਰ ਵੀ ਉਸ ਜਾਲ ਦੇ ਵਿੱਚ ਨਹੀਂ ਫਸੇ। ਇਸੇ ਤਰ੍ਹਾਂ ਦੀ ਸਾਨੂੰ ਵੀ ਜਾਚ ਦੱਸਦੇ ਨੇ, ਕਹਿੰਦੇ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾ ਹੀ ਨਿਸ਼ਾਨੇ, ਕਿ ਜਿਸ ਤਰ੍ਹਾਂ ਕਮਲ ਦਾ ਫੁੱਲ ਵੱਖਰਾ ਰਹਿੰਦਾ, ਇਸੇ ਤਰ੍ਹਾਂ ਹੀ ਅਸੀਂ ਵੀ ਕੰਮ ਕਾਰ ਸਾਰੇ ਕਰਨੇ ਨੇ, ਪਰ ਕਿਸੇ ਨੂੰ ਵੀ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ। ਕਿਸੇ ਵੀ ਰੰਗ ਦੇ ਵਿੱਚ ਆਪ ਰੰਗ ਨਹੀਂ ਜਾਣਾ। ਰੰਗ ਜਿਹੜਾ ਇੱਕੋ ਹੀ ਉਸ ਮਾਲਕ ਵਾਲਾ ਹੀ ਰਵੇ। ਕੰਮ ਸਾਰੇ ਹੀ ਹੋਣ, ਜਿਸ ਤਰ੍ਹਾਂ ਕਿਹਾ ਕਿ ਹੱਥ ਕਾਰ ਵੱਲ ਚਿੱਤ ਯਾਰ ਵੱਲ। ਜੇ ਤਾਂ ਇਸ ਤਰ੍ਹਾਂ ਦੀ ਅਵਸਥਾ ਬਣੀ ਰਵੇ ਤਾਂ ਫਿਰ ਕੋਈ ਵੀ ਚੀਜ਼ ਇਹਨੂੰ ਦੁੱਖ ਨਹੀਂ ਦੇ ਸਕਦੀ, ਕੋਈ ਵੀ ਚੀਜ਼ ਇਹਨੂੰ ਕੈਦ ਨਹੀਂ ਕਰ ਸਕਦੀ। ਲੇਕਿਨ ਫਿਰ ਉਸ ਸੁਰਤ ਨੂੰ ਛੱਡ ਕੇ, ਉਸ ਨਾਮ ਨੂੰ ਛੱਡ ਕੇ, ਅਤੇ ਅਸੀਂ ਕੀ ਇਹਨਾਂ ਸੰਸਾਰੀ ਮਾਇਆ 'ਚ, ਸੰਸਾਰੀ ਚੀਜ਼ਾਂ ਦੇ ਵਿੱਚ ਹੀ ਲਿਪਤ ਹੋ ਜਾਂਦੇ ਹਾਂ। ਇਸ ਕਰਕੇ ਉਹਨਾਂ ਨੇ ਫਰਮਾਇਆ ਕਿ ਜੇ ਤਨ ਧਨ ਕੁਛ ਕਾਮ ਨਾ ਹੋਵੇ। ਦੋ ਹੀ ਚੀਜ਼ਾਂ ਨੇ, ਇੱਕ ਆ ਤਨ ਨੇ, ਅਤੇ ਇਸ ਤਨ ਦੀ ਪੂਰਤੀ ਵਾਸਤੇ, ਜ਼ਰੂਰਤਾਂ ਦੀ ਪੂਰਤੀ ਵਾਸਤੇ ਧਨ ਜਿਹੜਾ ਆ ਉਹਦੇ ਪਾਸੇ ਅਸੀਂ ਦੌੜ ਪੈਂਦੇ ਹਾਂ। ਲੇਕਿਨ ਵਿਸ਼ਵਾਸ ਨਹੀਂ ਹੁੰਦਾ, ਭਰੋਸਾ ਨਹੀਂ ਹੁੰਦਾ ਕਿ ਇਹਨਾਂ ਧਨ ਦੇ ਨਾਲ ਕੁਝ ਜ਼ਰੂਰਤਾਂ ਪੂਰੀਆਂ ਜ਼ਰੂਰ ਹੋ ਸਕਦੀਆਂ ਨੇ, ਪਰ ਜਿਹੜਾ ਸੁੱਖ ਹੈ ਉਹ ਨਹੀਂ ਇਸ ਚੀਜ਼ ਦੇ ਵਿੱਚ ਹੈਗਾ। ਕਿਉਂਕਿ ਜੇ ਸੁੱਖ ਇਸ ਚੀਜ਼ ਦੇ ਵਿੱਚ ਹੁੰਦਾ ਤਾਂ ਬੜੇ ਬੜੇ ਧਨਵਾਨ ਜਿਹੜੇ ਨੇ ਉਹ ਦੁਖੀ ਕਿਉਂ ਹੁੰਦੇ।
है हर कोई ही दुखी है, हर कोई उस सुख की प्राप्ति चाਹੁੰਦਾ है, पर उस सुख की प्राप्ति वास्ते साधन वखरे वखरे ने सब दे। जिस तरह कई बार दसिया है कि हर कोई उन्होंने अपने तरीके दे नाल लभ रहा है। कोई उन्होंने जुआ खेड के ਉਹਦੇ ਵਿੱਚ ਉਸ ਸੁੱਖ ਨੂੰ ਲੱਭ ਰਿਹਾ ਹੈ, ਕੋਈ ਸ਼ਰਾਬਾਂ ਪੀ ਕੇ ਨਸ਼ੇ ਕਰਕੇ ਉਹਨੂੰ ਉਹਦੇ ਵਿੱਚੋਂ ਲੱਭ ਰਿਹਾ ਹੈ, ਕੋਈ ਹੋਰ ਭੋਗ ਵਿਲਾਸ ਕਰਕੇ ਉਹਦੇ ਵਿੱਚ ਲੱਭ ਰਿਹਾ ਹੈ, ਕੋਈ ਘੁੰਮ ਘੁੰਮ ਫਿਰ ਕੇ ਕਦੀ ਕਿਸੇ ਸਥਾਨ ਤੇ ਕਦੀ ਕਿਸੇ ਸਥਾਨ ਤੇ ਜਾ ਕੇ ਉਸ ਚੀਜ਼ਾਂ ਨੂੰ ਲੱਭ ਰਿਹਾ ਹੈ। ਪਰ ਉਹਨਾਂ ਨੇ ਫਰਮਾਇਆ ਕਿ ਨਹੀਂ, ਉਹ ਤਾਂ ਤੇਰੇ ਅੰਦਰ ਹੀ ਹੈ। ਜਿਉਂ ਤਿਲ ਮੇ ਤਿਲ ਹੈ, ਜਿਉਂ ਚਕਮਕ ਮੇ ਆਗ, ਤੇਰਾ ਸਾਈਂ ਤੁਝ ਮੇ ਜਾਗ ਸਕੇ ਤੋ ਜਾਗ। ਉਹ ਸਾਨੂੰ ਜਗਾਉਂਦੇ ਨੇ ਕਿ ਬਈ ਜਾਗ, ਉਹ ਜਿਹਨੂੰ ਤੂੰ ਲੱਭਦਾ ਫਿਰਦਾ ਹੈ ਉਹ ਤੇਰੇ ਅੰਦਰ ਹੀ ਹੈ, ਬਾਹਰ ਨਹੀਂ ਕਿਤੇ ਹੈਗਾ। ਪਰ ਜਦੋਂ ਅਸੀਂ ਸਤਿਗੁਰਾਂ ਦੇ ਬਚਨਾਂ ਤੇ ਵਿਸ਼ਵਾਸ ਹੋਏਗਾ ਤੇ ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਨਾਮ ਕੇ ਰੰਗ ਮੇ ਰੰਗ ਜਾ, ਤੇ ਫਿਰ ਅਸੀਂ ਕੰਮ ਕਾਰ ਸਾਰੇ ਕਰਦਿਆਂ ਕਰਾਉਂਦਿਆਂ ਉਹ ਰੰਗ ਨਹੀਂ ਚੜਨ ਦੇਵਾਂਗੇ। ਜਿਸ ਤਰ੍ਹਾਂ ਫਰਮਾਇਆ ਕਿ ਇਹ ਤਨ ਧਨ ਕੁਛ ਕਾਮ ਨਾ ਆਵੇ। ਇਹ ਕੀ ਹੈ ਕਿ ਚਿਤਾ ਰਹੇ ਨੇ ਸਾਨੂੰ, ਕਿਉਂ ਸਾਰਾ ਸੰਸਾਰ ਹੀ ਇਸੇ ਚੀਜ਼ ਦੇ ਪਿੱਛੇ ਹੀ, ਕਿਉਂਕਿ ਜ਼ਿਆਦਾ ਤੋਂ ਵੱਧ ਸਭ ਤੋਂ ਵੱਧ ਪਿਆਰ ਪਹਿਲਾਂ ਆਪਣੇ ਤਨ ਨਾਲ ਹੁੰਦਾ ਹੈ, ਫਿਰ ਉਸ ਤੋਂ ਬਾਅਦ ਅੱਗੇ ਧਨ ਦੇ ਨਾਲ ਹੁੰਦਾ ਹੈ। ਪਰ ਉਹਨਾਂ ਨੇ ਦੋਨੇ ਚੀਜ਼ਾਂ ਦੱਸ ਦਿੱਤੀਆਂ ਕਿ ਇਹ ਤਨ ਧਨ ਕੁਛ ਕਾਮ ਨਾ ਆਵੇ, ਕਿਉਂਕਿ ਇਹ ਤੇ ਇੱਕ ਟਾਈਮ ਪੀਰੀਅਡ ਵਾਸਤੇ ਸਾਨੂੰ ਇਹ ਚੀਜ਼ ਮਿਲੀ ਹੈ। ਇਹ ਤਨ ਵੀ ਕੁਛ ਟਾਈਮ ਵਾਸਤੇ ਮਿਲਿਆ ਹੈ, ਧਨ ਵੀ ਜਿਹੜਾ ਇੱਥੇ ਜ਼ਰੂਰਤਾਂ ਵਾਸਤੇ ਮਿਲਣਾ ਹੈ। ਇੱਕ ਬੰਦਾ ਜਿਹੜਾ ਆ ਰੋਜ਼ ਦਾ ਮੰਨ ਲਵੋ ਕਿ 1000 ਰੁਪਇਆ ਉਹ ਇੱਕ ਬੰਦੇ ਦਾ ਖਰਚਾ ਹੈ। ਜੇ ਮੰਨ ਲਈਏ ਇੱਕ ਸਮਝਣ ਵਾਸਤੇ ਕਿ 1000 ਰੁਪਇਆ ਇੱਕ ਬੰਦੇ ਦਾ ਖਰਚਾ ਹੈ, ਤੇ ਜੇ ਇੱਕ ਦਿਨ ਦਾ 1000 ਹੈ ਉਹਦਾ, ਤਾਂ ਮਹੀਨੇ ਦਾ 30,000 ਰੁਪਇਆ ਖਰਚਾ ਹੋ ਗਿਆ। ਪਰ ਉਹ ਚਾਹੁੰਦਾ ਕੀ ਹੈ ਕਿ ਨਹੀਂ, ਮੈਂ ਸਾਰੀ ਦੁਨੀਆ ਦੀ ਦੌਲਤ ਮੈਂ ਹੀ ਇਕੱਠੀ ਕਰ ਲਵਾਂ। ਠੀਕ ਹੈ, ਕੰਮ ਕਾਰ ਬੜੇ ਨੇ, ਡਿਊਟੀਆਂ ਬੜੀਆਂ ਨੇ, ਕੰਮ ਕਰਨੇ ਨੇ, ਸਾਰੇ ਹੀ ਕਰਨੇ ਨੇ, ਲੇਕਿਨ ਜੇ ਤੇ ਅਸੀਂ ਕੋਈ ਸਤਿਗੁਰ ਇਸ ਗੱਲ ਤੋਂ ਮਨਾਹੀ ਨਹੀਂ ਕਰਦੇ ਕਿ ਅਸੀਂ ਕਮਾਈ ਨਾ ਕਰੀਏ, ਅਸੀਂ ਕੰਮ ਕਾਰ ਨਾ ਕਰੀਏ, ਜੋ ਮਰਜ਼ੀ ਕਰੀਏ, ਕਿਉਂਕਿ ਬਹੁਤ ਲੋਕ ਜਿਹੜੇ ਨੇ ਲੋਕਾਂ ਦਾ ਭਲੇ ਵਾਸਤੇ ਵੀ ਕੰਮ ਕਰਦੇ ਨੇ। ਬਹੁਤ ਲੋਕ ਨੇ ਐਸੇ ਜਿਹੜੇ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਸ਼ਾਮਲ ਹੁੰਦੇ ਨੇ, ਤੇ ਉਹਨਾਂ ਦੀ ਮਦਦ ਧਨ ਨਾਲ ਹੀ ਕਰਦੇ ਨੇ ਸਾਰੀ ਤਰ੍ਹਾਂ। ਪਰ ਉਹ ਆਪਣੀ ਗੱਲ ਦੱਸ ਰਹੇ ਨੇ ਕਿ ਆਪ ਵੀ ਇਹਦੇ ਵਿੱਚ ਉਸ ਲਪੇਟੇ 'ਚ ਨਹੀਂ ਆ ਜਾਣਾ ਕਿ ਠੀਕ ਹੈ ਕੰਮ ਕਾਰ ਜਿੰਨਾ ਮਰਜ਼ੀ ਕਰੀਏ, ਪਰ ਵਿੱਚ ਉਹਦੇ ਰੰਗ 'ਚ ਨਹੀਂ ਉਹਦੇ 'ਚ ਰੰਗੇ ਜਾਣਾ। ਜੇ ਤਾਂ ਉਹਦਾ ਰੰਗ ਨਹੀਂ, ਜੇ ਰੰਗ ਆਪੇ ਆਪਣਾ ਹੀ ਗੁਰੂ ਵਾਲਾ ਰੱਖੇਗਾ, ਫਿਰ ਇਹਨੂੰ ਕੋਈ ਦੁੱਖ ਨਹੀਂ ਹੋਏਗਾ। ਇਸ ਕਰਕੇ ਫਰਮਾਇਆ ਕਿ ਇਹ ਤਨ ਧਨ ਕੁਛ ਕਾਮ ਨਾ ਆਵੇ, ਕਿ ਇਹਨੂੰ ਇਹ ਨਾ ਸਮਝ ਲਈਏ ਕਿ ਸ਼ਾਇਦ ਇਹੋ ਹੀ ਚੀਜ਼ਾਂ ਕੰਮ ਦੀਆਂ ਨੇ ਤੇ ਇਹਦੇ ਵਾਸਤੇ ਹੀ ਅਸੀਂ ਸਾਰੀ ਉਮਰ ਲੰਘਾ ਦਈਏ। ਕਹਿੰਦੇ ਕਿ ਪੜੇ ਲੜਾਈ ਜਾਮ ਸੇ, ਕਿ ਜਦੋਂ ਸਮਾਂ ਲਾਸਟ ਆਏਗਾ ਤੇ ਉਹ ਯਮਰਾਜ ਦੇ ਨਾਲ ਸਾਹਮਣਾ ਹੋਏਗਾ, ਤੇ ਉਦੋਂ ਉੱਥੇ ਜਿਹੜੇ ਸਵਾਲ ਜਵਾਬ ਹੋਣੇ ਨੇ, ਉੱਥੇ ਉਹਨੇ ਜਿਹੜਾ ਕੰਮ ਪੁੱਛਣਾ ਹੈ ਕਿ ਜਿਹੜੇ ਕੰਮ ਕਰਨ ਵਾਸਤੇ ਭੇਜਿਆ ਸੀ ਉਹ ਕੰਮ ਕੀਤਾ ਕਿ ਨਹੀਂ ਕੀਤਾ। ਜੇ ਹੋਰ ਬਾਕੀ ਸਾਰੇ ਕੰਮ ਦੁਨੀਆ ਦੇ ਕਰ ਲਏ, ਪਰ ਉਹ ਜਿਹੜਾ ਕੰਮ ਨਹੀਂ ਕੀਤਾ, ਜਿਹੜਾ ਉਹਨਾਂ ਨੇ ਪਹਿਲਾਂ ਫਰਮਾਇਆ ਕਿ ਜੋੜੋ ਰੀ ਕੋਈ ਸੁਰਤ ਨਾਮ ਸੇ, ਜੇ ਉਹਨੂੰ ਉਹਦੇ ਨਾਲ ਨਹੀਂ ਜੋੜਿਆ ਤੇ ਕਹਿੰਦੇ ਕਿ ਫਿਰ ਬਾਕੀ ਕੰਮ ਕੀਤੇ ਜਿਹੜੇ ਨੇ ਉਹ ਕਿਸੇ ਵੀ ਕੰਮ ਦੇ ਨਹੀਂ ਰਹਿਣੇ ਉੱਥੇ। ਇਸ ਲਈ ਹਰ ਟਾਈਮ ਸਾਨੂੰ ਇੱਕੋ ਹੀ ਚੀਜ਼ ਸਮਝਾਉਂਦੇ ਨੇ ਕਿ ਕੰਮ ਜਿੰਨੇ ਮਰਜ਼ੀ ਕਰਨੇ ਨੇ, ਉਹਨਾਂ ਦੇ ਵਿੱਚ ਆਪ ਹੀ ਗੁੰਮ ਨਹੀਂ ਹੋ ਜਾਣਾ, ਆਪਣੇ ਆਪ ਨੂੰ ਉਹਦੇ ਵਿੱਚ ਗਵਾ ਨਹੀਂ ਲੈਣਾ, ਹੋਸ਼ ਰੱਖਣੀ ਹੈ, ਜਾਗਦੇ ਰਹਿਣਾ ਹੈ ਕਿ ਬਈ ਕਿੱਥੇ ਅਸੀਂ ਜਿਹੜਾ ਆ ਕੋਈ ਗਲਤ ਕੰਮ ਕਰ ਰਹੇ ਹਾਂ। ਜਦੋਂ ਵੀ ਪੈਰ ਗਲਤ ਪਾਸੇ ਚੱਲਣ ਲੱਗੇ, ਸਤਿਗੁਰਾਂ ਦਾ ਧਿਆਨ ਕਰਕੇ ਉਸੇ ਵੇਲੇ ਸਤਿਗੁਰਾਂ ਦੇ ਬਚਨ ਯਾਦ ਆਉਣ ਤੇ ਇਹ ਆਪਣੇ ਸਹੀ ਵਾਲੇ ਪਾਸੇ ਕਦਮ ਵਧਾ ਲਵੇ। ਕਦੀ ਜਦੋਂ ਗਲਤ ਰਾਹ ਤੇ ਚੱਲੇਗਾ ਹੀ ਨਹੀਂ, ਫਿਰ ਇਹਨੂੰ ਦੁੱਖ ਕਿਉਂ ਹੋਏਗਾ। ਇਸ ਕਰਕੇ ਉਹਨਾਂ ਫਰਮਾਇਆ ਹੈ ਕਿ ਪੜੇ ਲੜਾਈ ਜਾਮ ਸੇ, ਕਿ ਉਹ ਜਿਹੜਾ ਟਾਈਮ ਹੈ ਉਹਦੇ ਵਾਸਤੇ ਅਸੀਂ ਸਾਰੇ ਜਣੇ ਆਪਣਾ ਆਪਣਾ ਕੰਮ ਕਰ ਰਹੇ ਹਾਂ, ਕਿਉਂਕਿ ਉਸ ਟਾਈਮ ਦੇ ਉੱਤੇ ਕੋਈ ਵੀ ਚੀਜ਼ ਸਹਾਈ ਨਹੀਂ ਹੁੰਦੀ। ਸਿਰਫ ਉਦੋਂ ਉਹ ਹੀ ਜਿਨ੍ਹਾਂ ਦੀ ਸੁਰਤ ਜਿਹੜੀ ਹੈ ਉਸ ਨਾਮ ਨਾਲ ਲੱਗੀ ਹੁੰਦੀ ਹੈ, ਉਹਦੇ ਬਈ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਦੁੱਖ ਨਹੀਂ। ਜੋ ਮਰਜ਼ੀ ਹੁੰਦਾ ਰਹੇ, ਸਾਰਾ ਸੰਸਾਰ ਭਾਵੇਂ ਪਲਟ ਜਾਵੇ, ਉਹਨਾਂ ਨੂੰ ਹੁੰਦਾ ਕਿ ਬਈ ਅਸੀਂ ਤਾਂ ਆਪਣੇ ਘਰ ਦੇ ਵਿੱਚ ਆ। ਤੇ ਜੇ ਆਪ ਉੱਥੋਂ ਤੱਕ ਨਾ ਪਹੁੰਚੇ ਤੇ ਫਿਰ ਸਾਰਾ ਸੰਸਾਰ ਭਾਵੇਂ ਵਸਦਾ ਪਿਆ ਹੋਵੇ, ਜਿੰਨੇ ਮਰਜ਼ੀ ਪੈਸੇ ਹੋਣ, ਜਿੰਨੀਆਂ ਮਰਜ਼ੀ ਚੀਜ਼ਾਂ ਵਸਤਾਂ ਹੋਣ, ਪਰ ਉਸ ਵੇਲੇ ਫਿਰ ਇਹਨੂੰ ਹੈਰਾਨੀ ਪਰੇਸ਼ਾਨੀ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਹਾਂਜੀ। ਇਹ ਤਨ ਧਨ ਕੁਛ ਕਾਮ ਨਾ ਆਵੇ, ਪੜੇ ਲੜਾਈ ਜਾਮ ਸੇ,
अब तो समा मिला अति सुंदर, शीतल हो बच गाम से। ਹੁਣ ਹੁੰਦੇ ਨੇ ਅਬ ਤੋਂ ਸਮਾਂ ਮਿਲਾ ਅਤੀ ਸੁੰਦਰ। ਕਹਿੰਦੇ ਇਹ ਜਿਹੜਾ ਟਾਈਮ ਮਿਲਿਆ ਏ, ਇਸ ਤੋਂ ਵਧੀਆ ਟਾਈਮ ਹੋਰ ਨਹੀਂ ਮਿਲਣਾ। ਜੇ ਅਸੀਂ ਇਸ ਉਡੀਕ 'ਚ ਰਹੀਏ ਕਿ ਸ਼ਾਇਦ ਇਹ ਸਮਾਂ ਜਿਹੜਾ ਮਿਲਿਆ ਏ ਤੇ ਹੁਣ ਸੰਸਾਰੀ ਕੰਮਾਂ ਵਾਸਤੇ, ਭੋਗਾਂ ਵਾਸਤੇ ਮਿਲਿਆ ਏ, ਇਹ ਕੰਮ ਕਰ ਲਈਏ, ਹੋਰ ਕੋਈ ਸਮਾਂ ਸਾਨੂੰ ਵੱਖਰਾ ਮਿਲੇਗਾ, ਕੋਈ ਨਾਮ ਜਪਣ ਵਾਸਤੇ, ਸਿਮਰਨ ਵਾਸਤੇ ਜਾਂ ਕੋਈ ਭਗਤੀ ਵਾਸਤੇ, ਨਹੀਂ, ਇਹ ਸਮਾਂ ਹੀ ਇਸੇ ਕਰਕੇ ਮਿਲਿਆ ਹੈ। ਕਿ ਬਾਣੀ 'ਚ ਉਹਨਾਂ ਨੇ ਸਾਫ਼ ਹੀ ਕਲੀਅਰ ਕਰ ਦੇਣਾ, ਕਿਹਾ ਕਿ ਦੁਰਲਭ ਦੇ ਪਾਈ ਵਡਭਾਗੀ, ਨਾਮ ਨਾ ਜਪ ਤੇ ਆਤਮ ਘਾਤੀ। ਕਹਿੰਦੇ ਜੇ ਇਹ ਨਾਮ ਨਹੀਂ ਜਪਦਾ ਤੇ ਫਿਰ ਇਹ ਕਹਿੰਦੇ ਕਿ ਆਪਣਾ ਜਿਹੜਾ ਘਾਤ ਕਰ ਰਿਹਾ ਹੈ। ਇਸ ਲਈ ਇਹ ਜਿਹੜਾ ਸਮਾਂ ਹੈ ਇਹ ਬਹੁਤ ਹੀ ਸੁੰਦਰ ਹੈ। ਇਸ ਸਮੇਂ ਤੋਂ ਫਾਇਦਾ ਉਠਾਈਏ। ਤਾਂ ਉਹਨੇ ਕਿਹਾ ਕਿ ਸ਼ੀਤਲ ਹੋ ਬਚ ਕਾਮ ਸੇ। ਕਹਿੰਦੇ ਜਿਹੜੀ ਸੰਸਾਰ ਦੀ ਤਪਸ਼ ਹੈ ਜਿਹੜੀ, ਜੇ ਇਹ ਤੋਂ ਬਚਣਾ ਚਾਹੁੰਦੇ ਹਾਂ, ਸ਼ੀਤਲ ਹੋਣਾ ਚਾਹੁੰਦੇ ਹਾਂ, ਤੇ ਫਿਰ ਸਾਨੂੰ ਸਤਿਗੁਰਾਂ ਦੇ ਵਚਨ ਦੇ ਅਨੁਕੂਲ ਹੀ ਆਪਣਾ ਜੀਵਨ ਬਣਾਉਣਾ ਪਏਗਾ। ਜੇ ਅਸੀਂ ਉਹ ਨਹੀਂ ਕਰਦੇ ਤੇ ਫਿਰ ਇਸ ਤਪਸ਼ ਤੋਂ ਕੋਈ ਵੀ ਚੀਜ਼ ਨਹੀਂ ਬਚਾ ਸਕਦੀ ਸਾਨੂੰ। ਹੁਣ ਅਸੀਂ ਜਿਸ ਤਰ੍ਹਾਂ ਆਪਣਾ ਘਰ-ਬਾਰ ਛੱਡ ਕੇ ਸੇਵਾ ਦੇ ਵਿੱਚ ਆਉਂਦੇ ਹਾਂ, ਸਤਸੰਗ ਦੇ ਵਿੱਚ ਆਉਂਦੇ ਹਾਂ, ਜੇ ਉੱਥੇ ਆ ਕੇ ਵੀ ਮਨ ਜਿਹੜਾ ਚੈਨ ਨਾ ਲੈਣ ਦੇਵੇ, ਚਲੋ ਇੱਕ ਤੇ ਇਹ ਦੇਹ ਮਿਲੀ, ਸਰੀਰ ਮਿਲਿਆ, ਤੇ ਇਹ ਵੀ ਬੜਾ ਵਧੀਆ ਇੱਕ ਸਮਾਂ ਹੈ। ਇੱਕ ਹੀ ਸੰਸਾਰੀ ਤੌਰ ਤੇ ਦੇਖੀ ਕਿ ਇੱਕ ਇੱਕ ਪਲ ਜਿਹੜਾ ਆ ਉਹ ਸਾਡੇ ਵਾਸਤੇ ਬਹੁਤ ਕੀਮਤੀ ਹੈ। ਇੱਕ ਪਲ ਵੀ ਵਿਅਰਥ ਚਲਾ ਜਾਵੇ ਤੇ ਜੇ ਉਹਨੂੰ ਵਾਪਸ ਲਿਆਉਣਾ ਹੋਵੇ, ਭਾਵੇਂ ਸਾਰੇ ਸੰਸਾਰ ਦੀ ਦੌਲਤ ਇੱਕ ਪਾਸੇ ਰੱਖ ਦਈਏ ਇੱਕ ਤਰਾਜੂ 'ਚ, ਪਰ ਉਸ ਪਲ ਨੂੰ ਵਾਪਸ ਨਹੀਂ ਲਿਆ ਸਕਦੇ। ਇਸੇ ਤਰ੍ਹਾਂ ਹੁਣ ਜਿਸ ਤਰ੍ਹਾਂ ਅਸੀਂ ਆਪਣਾ ਘਰ-ਬਾਰ ਛੱਡ ਕੇ ਆਉਂਦੇ ਹਾਂ, ਤੇ ਜੇ ਇਹ ਵੀ ਇੱਕ ਸਮਾਂ ਹੈ, ਜੇ ਉਹ ਵੀ ਸਾਡੇ ਕੋਲ ਨਾ ਸਾਂਭਿਆ ਜਾਵੇ, ਜਿਸ ਤਰ੍ਹਾਂ ਕਈ ਵਾਰ ਬੇਨਤੀ ਕੀਤੀ ਹੈ ਕਿ ਕਮ ਸੇ ਕਮ ਜਦੋਂ ਅਸੀਂ ਸੰਸਾਰ ਦੇ ਵਿੱਚ ਆਪਣੀ ਡਿਊਟੀਆਂ ਕਰ ਰਹੇ ਹੁੰਦੇ ਹਾਂ, ਉਦੋਂ ਤਾਂ ਚਲੋ ਇੱਕ ਕਰ ਹੀ ਰਹਿੰਦੇ ਹਾਂ, ਧਿਆਨ ਤੇ ਉਦੋਂ ਵੀ ਸਤਿਗੁਰਾਂ ਦੇ ਚਰਨਾਂ 'ਚ ਲੱਗੇ ਰਹਿਣਾ ਚਾਹੀਦਾ ਹੈ। ਪਰ ਜਦੋਂ ਅਸੀਂ ਘਰਾਂ ਦੇ ਵਿੱਚ ਵੀ ਬੈਠ ਕੇ ਜਦੋਂ ਸਿਮਰਨ ਕਰਦੇ ਹਾਂ, ਧਿਆਨ ਕਰਦੇ ਹਾਂ, ਕਮ ਸੇ ਕਮ ਉਹ ਜਿਹੜਾ ਸਮਾਂ ਹੈ ਉਦੋਂ ਤਾਂ ਸਾਨੂੰ ਬਾਕੀ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਨੇ। ਉਦੋਂ ਤਾਂ ਨਾ ਟੈਨਸ਼ਨ ਨਾ ਫਿਕਰ ਰੱਖੀਏ ਕੋਈ ਵੀ। ਜਦੋਂ ਕੰਮ ਕਰ ਰਹੇ, ਡਿਊਟੀਆਂ ਕਰ ਰਹੇ ਹਾਂ, ਉਦੋਂ ਤਾਂ ਚਲੋ ਇੱਕ ਕਰਨਾ ਹੀ ਹੈ। ਪਰ ਜਦੋਂ ਹੁਣ ਅਸੀਂ ਕਹਿ ਦਿੱਤੇ ਆ ਕਿ ਹੁਣ ਅਸੀਂ ਜੀ ਹੁਣ ਸਤਿਗੁਰਾਂ ਦੇ ਡਿਊਟੀ 'ਤੇ ਬੈਠ ਰਹੇ ਹਾਂ, ਅਸੀਂ ਹੁਣ ਸਿਮਰਨ ਕਰਨ ਲੱਗੇ ਹਾਂ, ਹੁਣ ਅਸੀਂ ਸਤਸੰਗ ਸੁਣਨ ਲੱਗੇ ਹਾਂ, ਉਸ ਟਾਈਮ ਵਾਸਤੇ ਸਾਰੀਆਂ ਚੀਜ਼ਾਂ ਨੂੰ ਇੱਕ ਸਾਈਡ 'ਤੇ ਕਰ ਦਈਏ। ਕਿਉਂਕਿ ਜਿਹੜਾ ਉਹ ਵੀ ਸਮਾਂ ਜਿਹੜਾ ਬੜਾ ਸੁੰਦਰ ਸਮਾਂ ਹੈ, ਕਿਉਂਕਿ ਉਹਨੇ ਹੀ ਸਾਨੂੰ ਹਰ ਚੀਜ਼ ਤੋਂ ਬਚਾਉਣਾ ਹੈ। ਸਤਿਗੁਰਾਂ ਨੇ ਕਈ ਵਾਰ ਫਰਮਾਉਣਾ ਕਿ ਬਈ ਜਿਸ ਸਮੇਂ ਸਾਨੂੰ ਸਤਿਗੁਰਾਂ ਦੀ ਯਾਦ ਬਣਦੀ ਹੈ, ਜਦੋਂ ਅਸੀਂ ਕੋਈ ਉਹਨਾਂ ਦੇ ਵਚਨ ਕਰਦੇ ਹਾਂ, ਉਹ ਹੀ ਸਮਾਂ ਜਿਹੜਾ ਆ ਇੱਕ ਲੇਖੇ ਪੈਂਦਾ ਹੈ। ਨਹੀਂ ਉਹਨਾਂ ਨੇ ਫਰਮਾਉਣਾ ਕਿ ਬਾਕੀ ਤੇ ਸਾਰਾ ਜਿਹੜਾ ਉਹ ਸਮਝੋ ਕਿ ਅੰਤਰ ਹੀ ਗਿਆ ਸਮਾਂ। ਤੇ ਜੇ ਉਹ ਵੀ ਸਾਡੇ ਕੋਲ ਨਾ ਸਾਂਭਿਆ ਜਾਵੇ ਤੇ ਫਿਰ ਨਹੀਂ ਗੱਲ ਬਣਦੀ। ਇਸ ਕਰਕੇ ਜਦੋਂ ਵੀ, ਖਾਸ ਕਰਕੇ ਜਦੋਂ ਸਾਨੂੰ ਪਤਾ ਲੱਗੇ ਕਿ ਅਸੀਂ ਹੁਣ ਉਸ ਸਤਿਗੁਰਾਂ ਦੇ ਵਾਲੇ ਪਾਸੇ ਚੱਲ ਰਹੇ ਹਾਂ, ਅਸੀਂ ਸੇਵਾ 'ਚ ਜਾ ਰਹੇ ਹਾਂ, ਅਸੀਂ ਸਿਮਰਨ 'ਤੇ ਬੈਠ ਰਹੇ ਹਾਂ, ਅਸੀਂ ਕੋਈ ਸੇਵਾ ਕਰ ਰਹੇ ਹਾਂ, ਉਦੋਂ ਤੇ ਕਮ ਸੇ ਕਮ ਆਪਣੇ ਮਨ ਨੂੰ ਉਹਨਾਂ ਦੇ ਬਚਨਾਂ ਦੇ ਅਨੁਕੂਲ ਲੈ ਕੇ ਆਈਏ। ਜੇ ਕੰਮ ਕਰਦਿਆਂ, ਸੇਵਾ ਕਰਦਿਆਂ ਵੀ ਆਪਣੀ ਮਨਮਾਨੀ ਕਰੀ ਜਾਂਦੇ ਹਾਂ, ਜੋ ਮਨ ਚਾਹੁੰਦਾ ਆ ਉਹ ਹੀ ਕੰਮ ਕਰੀ ਜਾਂਦੇ ਹਾਂ, ਕਦੀ ਕਿਸੇ ਦਾ ਦਿਲ ਦਿਖਾਈ ਜਾਂਦੇ ਹਾਂ, ਕਦੀ ਕਿਸੇ ਦਾ ਦਿਲ ਦਿਖਾਈ ਜਾਂਦੇ ਹਾਂ, ਸਿਰਫ ਆਪਣੀ ਖੁਸ਼ੀ ਵਾਸਤੇ। ਹੈ ਪਤਾ ਕੁਛ ਵੀ ਨਹੀਂ ਹੈ। ਆਪਣੇ ਮਨ 'ਚ ਜੋ ਵਿਚਾਰ ਆਉਂਦੇ ਨੇ, ਉਹਨਾਂ ਵਿਚਾਰਾਂ ਨੂੰ ਲੈ ਕੇ ਹੀ ਬਸ ਆਪਣੀ ਉਹ ਜਿਸ ਤਰ੍ਹਾਂ ਭੜਾਸ ਕੱਢਣ ਵਾਸਤੇ ਅਸੀਂ ਤਿਆਰ ਰਹਿੰਦੇ ਹਾਂ। ਤੇ ਇਸ ਚੀਜ਼ ਤੋਂ ਬਚ ਕੇ ਜਦੋਂ ਅਸੀਂ ਸਤਿਗੁਰਾਂ ਦੇ ਡਰ ਭੈ 'ਚ ਰਵਾਂਗੇ ਤੇ ਫਿਰ ਬਈ ਕੋਈ ਸਮਾਂ ਜਿਹੜਾ ਸਾਡਾ ਖਰਾਬ ਨਹੀਂ ਜਾਏਗਾ। ਫਿਰ ਤੇ ਹਰ ਕੋਈ ਕੰਮ ਕਰਦਿਆਂ ਹੋਇਆਂ ਹੀ ਸਾਡਾ ਜਿਹੜਾ ਵਾ ਉਹ ਭਗਤੀ ਜਿਹੜੀ ਹੈ ਨਾਲ ਨਾਲ ਚੱਲਦੀ ਰਹੇਗੀ। ਉਹਨਾਂ ਨੇ ਫਰਮਾਇਆ ਕਿ ਅਬ ਤੋਂ ਸਮਾਂ ਮਿਲਾ ਅਤੀ ਸੁੰਦਰ, ਸ਼ੀਤਲ ਹੋ ਬਚ ਕਾਮ ਸੇ। ਕਿ ਜੇ ਸਤਿਗੁਰਾਂ ਦੇ ਸੇਵਾ ਦੇ ਵਿੱਚ ਆ ਕੇ ਜਾਂ ਉਹਨਾਂ ਦੀ ਸੇਵਾ ਦੇ ਵਿੱਚ ਬੈਠ ਕੇ ਸਾਨੂੰ ਉਦੋਂ ਵੀ ਠੰਡ ਨਹੀਂ ਪੈ ਰਹੀ, ਉਦੋਂ ਵੀ ਸਾਨੂੰ ਉਹੀ ਤਪਸ਼ ਜਿਹੜੀ ਪੈ ਰਹੀ ਹੈ, ਤਾਂ ਸੋਚੀਏ ਕਿ ਬਈ ਕੁਛ ਨਾ ਕੁਛ ਕਮੀ ਸਾਡੇ ਵਿੱਚ। ਇਸ ਤਰ੍ਹਾਂ ਨਹੀਂ ਹੋ ਸਕਦਾ ਕਦੀ। ਦੋਨੋਂ ਕੰਮ ਇਕੱਠੇ ਨਹੀਂ ਹੋ ਸਕਦੇ ਕਿ ਸਾਨੂੰ ਟੈਨਸ਼ਨ ਫਿਕਰ ਵੀ ਰਵੇ ਤੇ ਅਸੀਂ ਕਹੀਏ ਅਸੀਂ ਗੁਰੂ ਦੇ ਆਪਣੀ ਸੇਵਾ ਦੇ ਵਿੱਚ ਹਾਂ। ਨਹੀਂ, ਇਹ ਨਹੀਂ ਹੋ ਸਕਦਾ। ਜੇ ਆਪਣੇ ਆਪ ਨੂੰ ਸੇਵਾ ਤੇ ਹੋਣੀ ਹੀ ਉਦੋਂ ਆ ਜਦੋਂ ਅਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਚਲੇ ਗਏ, ਜਦੋਂ ਆਪਣੇ ਆਪ ਨੂੰ ਸਪੁਰਦ ਕਰ ਦਿੱਤਾ। ਤੇ ਜੇ ਆਪਣਾ ਮਨ ਨਾਲ ਚੱਲ ਰਿਹਾ ਹੈ ਤੇ ਫਿਰ ਸੇਵਾ ਕਿਸ ਤਰ੍ਹਾਂ ਹੋਏਗੀ। ਹਾਂਜੀ।
अब तो समा मिला अति सुंदर, शीतल हो बच काम से। सिमरन कर सेवा कर सतगुर, मने हटाओ काम से। मन इंद्री कुछ बस कर राखो, पियो घूंट गुरु जाम से। ਹੁਣ ਅਸੀਂ ਉਹ ਜਿਹੜਾ ਅੰਮ੍ਰਿਤ ਦਾ ਘੁੱਟ ਕਿਸ ਤਰ੍ਹਾਂ ਪੀਣਾ ਹੈ, ਅੰਮ੍ਰਿਤ ਸਾਨੂੰ ਕਿੱਥੋਂ ਮਿਲਣਾ, ਕਿੱਥੋਂ ਹੈ? ਉਹ ਗੁਰੂ ਪਾਸੇ। ਉਹਨਾਂ ਨੇ ਫਰਮਾਇਆ ਹੈ ਕਿ ਵੀ ਉਹ ਜਿਹੜਾ ਅੰਮ੍ਰਿਤ ਹੈ ਨਾ, ਸੋ ਅੰਮ੍ਰਿਤ ਗੁਰ ਤੇ ਪਾਹੀ ਜੀਓ। ਹੁਣ ਉਹ ਜਿਹੜਾ ਅੰਮ੍ਰਿਤ ਹੈ ਤੇ ਗੁਰੂ ਦੇ ਪਾਸ ਹੈ, ਪਰ ਉਹਨਾਂ ਨੇ ਜਿਸ ਤਰ੍ਹਾਂ ਉਹਦੇ 'ਚ ਵੀ ਦੱਸਿਆ ਬਚਨ, ਉਹਦੇ ਵਿੱਚ ਵੀ ਉਹ ਫਰਮਾਇਆ ਉਹਨਾਂ ਨੇ ਕਿ ਮਿਲਣਾ ਕਿੱਦਾਂ ਹੈ ਨਾ, ਛੋੜੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਕਿ ਸਾਨੂੰ ਉਹਦੇ ਵਾਸਤੇ ਕੋਈ ਭੇਖ ਬਣਾਉਣ ਦੀ ਲੋੜ ਨਹੀਂ ਹੈਗੀ। ਬੜੇ ਸਰਲ ਤਰੀਕੇ ਦੇ ਨਾਲ, ਜਿਸ ਤਰ੍ਹਾਂ ਸਤਿਗੁਰ ਚਾਹੁੰਦੇ ਨੇ ਉਸ ਤਰੀਕੇ ਨਾਲ ਚੱਲੀਏ। ਜੇ ਉਹ ਸਾਨੂੰ ਚਾਹੁੰਦੇ ਨੇ ਕਿ ਬਈ ਇਸ ਤਰੀਕੇ ਨਾਲ ਸਿੱਧੇ ਚੱਲ, ਅਸੀਂ ਜਿੰਨਾ ਮਰਜ਼ੀ ਹੋਰ ਤਰ੍ਹਾਂ ਆਪਣੇ ਵੇਸ ਬਣਾਈਏ, ਉਹਨਾਂ ਨੂੰ ਪਸੰਦ ਨਹੀਂ ਆਉਣਾ। ਇਸ ਕਰਕੇ ਕੀ ਲੈਣਾ ਅਸੀਂ, ਕੋਈ ਕਹਿੰਦੇ ਨਾ ਕੀ ਲੈਣਾ ਵੱਡਿਆ ਬਣ ਕੇ, ਮੇਰਾ ਸਤਿਗੁਰੂ ਯਾਰ ਗਰੀਬਾਂ ਦਾ। ਮਾਣ ਵਡਿਆਈ ਲੈ ਕੇ ਜਾਂ ਹੋਰ ਆਪਾਂ ਬੜੇ ਚੰਗੇ ਬਣ ਕੇ ਕੀ ਕਰਨਾ? ਜਿਸ ਤਰ੍ਹਾਂ ਗੁਰੂ ਚਾਹੁੰਦਾ ਹੈ ਉਸ ਤਰੀਕੇ ਨਾਲ ਅਸੀਂ ਚੱਲੀਏ। ਅੰਦਰ ਫਰਮਾਇਆ ਕਿ ਸਿਮਰਨ ਕਰ ਸੇਵਾ ਕਰ ਸਤਿਗੁਰੂ, ਮਨ ਹਟਾਏ ਕਾਮ ਸੇ। ਕਿ ਜੇ ਸੇਵਾ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਤੇ ਕਹਿੰਦੇ ਕਿ ਉਸ ਵੇਲੇ ਇਸ ਮਨ ਨੂੰ ਇਹਨਾਂ ਚੀਜ਼ਾਂ ਤੋਂ ਪਾਸੇ ਰੱਖੀਏ। ਜੇ ਮਨ ਦੇ ਵਿੱਚ ਕਾਮਨਾਵਾਂ ਉਹੀ ਚੱਲ ਰਹੀਆਂ ਨੇ, ਮਨ ਤੇ ਆਪਣੇ ਹੀ ਖੁਸ਼ੀ ਵਾਸਤੇ ਲੱਗਾ ਪਿਆ ਹੈ, ਤੇ ਇਹ ਗੁਰੂ ਦੀ ਖੁਸ਼ੀ ਕਿਸ ਤਰ੍ਹਾਂ ਇਹ ਚਾਹੁੰਦਾ ਹੈ? ਜਾਂ ਤੇ ਗੁਰੂ ਦੀ ਖੁਸ਼ੀ ਲਏਗਾ ਜਾਂ ਆਪਣੀ ਖੁਸ਼ੀ ਕਰੇਗਾ। ਜੇ ਆਪਣੀ ਖੁਸ਼ੀ ਚਾਹੁੰਦਾ ਹੈ ਤੇ ਫਿਰ ਗੁਰੂ ਦੀ ਖੁਸ਼ੀ ਨਹੀਂ ਲੈ ਸਕਦਾ। ਪਰ ਜੇ ਗੁਰੂ ਦੀ ਖੁਸ਼ੀ ਲੈ ਲਈ ਤੇ ਫਿਰ ਸਾਰੇ ਸੰਸਾਰ ਦੀ ਖੁਸ਼ੀ ਦੀ ਝੋਲੀ 'ਚ ਪੈ ਜਾਏਗੀ। ਅਸੀਂ ਸੇਵਾ ਵੀ ਆਪਣੀ ਖੁਸ਼ੀ ਲਈ ਹੀ ਕਰਦੇ ਹਾਂ। ਸੇਵਾ ਨੂੰ ਸੇਵਾ ਸਮਝ ਕੇ ਨਹੀਂ ਕਰਦੇ, ਗੁਰੂ ਦੀ ਖੁਸ਼ੀ ਲਈ ਨਹੀਂ ਕਰਦੇ। ਸੇਵਾ ਲਈ ਵੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਮਨ ਨਾਲ ਲਿਸਟ ਤਿਆਰ ਕਰ ਦਈਏ ਕਿ ਸਾਨੂੰ ਆਹ ਸੇਵਾ ਮਿਲੇ, ਸਾਡੀ ਇਸ ਤਰੀਕੇ ਨਾਲ ਸੇਵਾ ਹੋਵੇ, ਅਸੀਂ ਇਸ ਤਰੀਕੇ ਨਾਲ ਕੰਮ ਕਰੀਏ। ਆਪਣੇ ਹਿਸਾਬ ਨਾਲ ਹੀ ਟਾਈਮ ਸੈੱਟ ਕਰ ਲੈਂਦੇ ਹਾਂ, ਆਪਣੇ ਹਿਸਾਬ ਨਾਲ ਹੀ ਸੌਣਾ, ਆਪਣੇ ਹਿਸਾਬ ਨਾਲ ਉੱਠਣਾ, ਆਪਣੇ ਹਿਸਾਬ ਨਾਲ ਹੀ ਬੋਲਣਾ ਚੱਲਣਾ। ਇਹ ਤੇ ਫਿਰ ਆਪਣੇ ਮਨ ਦੀ ਅਸੀਂ ਪੂਰਤੀ ਕਰ ਰਹੇ ਹਾਂ। ਸਤਿਗੁਰਾਂ ਨੇ ਜਿਹੜੇ ਬਚਨ ਫਰਮਾਉਣੇ ਕਿ ਜੇ ਸੇਵਾ ਇਹਦੀ ਬਣ ਗਈ, ਜੇ ਸੇਵਾ ਦੀ ਕੋਈ ਮਨਜ਼ੂਰ ਹੋ ਗਈ, ਤੇ ਬਈ ਉਹਦੇ ਬਦਲੇ ਕਹਿੰਦੇ ਸਤਿਗੁਰਾਂ ਨੇ ਕਿ ਤਰਲੋਕੀ ਇਹਨੂੰ ਪੂਰੀ ਬਖਸ਼ ਦਿੰਦੇ ਨੇ। ਪਰ ਉਹ ਕਿਹੜੀ ਸੇਵਾ ਹੈ ਕਿ ਜਿਹੜੀ ਇੱਕ ਪਲ ਵੀ ਮਨਜ਼ੂਰ ਹੋ ਗਈ? ਉਹ ਸੇਵਾ ਜਿਹੜੀ ਹੈ ਉਹਨਾਂ ਦੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਸੌਂਪ ਕੇ, ਆਪਣੇ ਆਪ ਨੂੰ ਭੁੱਲ ਕੇ, ਤੇ ਫਿਰ ਉਹ ਸੇਵਾ ਹੋਣੀ ਹੈ। ਜੇ ਆਪਣਾ ਆਪ ਯਾਦ ਹੈ ਕਿ ਮੈਂ ਕੌਣ ਹੈ ਜੀ, ਇਹਨੂੰ ਜਦ ਮੈਂ ਦੀ ਆਪਣੀ ਦੀ ਫਿਕਰ ਹੈ ਕਿ ਬਈ, ਤੇ ਉਹ ਇਹ ਸੇਵਾ ਕਿੱਦਾਂ ਕਰੇਗਾ? ਇਹ ਸੇਵਾ ਹੋ ਹੀ ਨਹੀਂ ਸਕਦੀ। ਉਹਨਾਂ ਨੇ ਸੁਣਾਇਆ ਕਿ ਸਿਮਰਨ ਕਰ ਸੇਵਾ ਕਰ ਸਤਿਗੁਰੂ, ਮਨੇ ਹਟਾਓ ਕਾਮ ਸੇ, ਮਨ ਇੰਦਰੀ ਕੁਛ ਬਸ ਕਰ ਰਾਖੋ। ਇਹ ਬੜਾ ਔਖਾ ਕੰਮ ਹੈ। ਸਾਰਾ ਕੁਛ ਹੀ ਬਾਕੀ ਸਾਰਿਆਂ ਨੂੰ, ਸਾਰੀ ਦੁਨੀਆ ਨੂੰ ਵਸ 'ਚ ਕਰ ਲੈਣਾ ਸੌਖਾ ਹੈ, ਪਰ ਆਪਣੇ ਮਨ ਨੂੰ ਵਸ ਕਰਨਾ ਹੀ ਬੜਾ ਔਖਾ ਹੈ। ਇਸੇ ਕਰਕੇ ਸਵਾਮੀ ਜੀ ਨੇ ਫਰਮਾਇਆ ਹੈ ਕਿ ਬੜਾ ਵੈਰੀ ਜੇ ਮਨ ਘਟ ਮੇ, ਇਸੀ ਕੋ ਜੀਤ ਨਾ ਕੱਟਣਾ। ਵੈਰੀ ਇਹੋ ਹੀ ਹੈ ਸਭ ਤੋਂ ਵੱਡਾ। ਸਾਰੀ ਦੁਨੀਆ ਨੂੰ ਜਿੱਤ ਲਾਂਗੇ ਲੜ ਕੇ, ਝਗੜ ਕੇ, ਜ਼ੋਰ ਨਾਲ, ਜਿਸ ਤਰ੍ਹਾਂ ਮਰਜ਼ੀ ਹੈ, ਪਰ ਜਿਹੜੇ ਬੜੇ ਵੱਡੇ ਜਿਹੜੇ ਰਾਜੇ ਮਹਾਰਾਜੇ ਵੀ ਹੋਏ, ਜਿਹੜੇ ਚੱਕਰਵਰਤੀ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਜਿੱਤ ਲਿਆ, ਆਪਣੇ ਮਨ ਦੇ ਕੋਲੋਂ ਹਾਰ ਗਏ। ਔਰ ਜਦੋਂ ਤੱਕ ਸਿੱਖ ਜਿਹੜਾ ਆ ਇਹ ਮਨ ਨਾਲ ਲੜਾਈ ਨਹੀਂ ਕਰਦਾ, ਇਹ ਦੂਜਿਆਂ ਨਾਲ ਲੜਾਈ ਕਰੀ ਜਾਂਦਾ। ਆਪਣੇ ਮਨ ਨਾਲ ਕੌਣ ਲੜਦਾ ਹੈ? ਅਸੀਂ ਥੋੜਾ ਸਮਝ ਕੇ ਦੇਖੀਏ, ਸੋਚ ਕੇ ਦੇਖੀਏ ਕਿ ਲੜਾਈ ਤੇ ਆਪਣੇ ਮਨ ਨਾਲ ਹੈ ਸਾਡੀ। ਅਸੀਂ ਟੈਨਸ਼ਨਾਂ ਚੁੱਕੀਆਂ ਨੇ ਸਾਰੇ ਸੰਸਾਰ ਦੀਆਂ। ਮਨ ਜਿਹੜਾ ਆ ਉਹ ਸਭ ਤੋਂ ਵੱਡਾ ਜਿਹੜਾ ਸਾਡਾ ਦੁਸ਼ਮਣ ਆ, ਉਹਨੂੰ ਅਸੀਂ ਖੁੱਲ੍ਹਾ ਛੱਡਿਆ ਹੈ, ਉਹਦੀ ਅਸੀਂ ਪਰਵਾਹ ਨਹੀਂ ਕਰਦੇ। ਤੇ ਜੇ ਕੋਈ ਚਾਹੁੰਦਾ ਵੀ ਹੈ, ਜੇ ਕੋਈ ਦੱਸਦਾ ਵੀ ਹੈ, ਕੋਈ ਰਸਤਾ ਦੱਸਦਾ ਹੈ, ਚਾਹੇ ਗੁਰੂ ਦੱਸਦਾ ਹੈ, ਚਾਹੇ ਕੋਈ ਸਿੱਖ ਦੱਸਦਾ ਹੈ ਕਿ ਬਈ ਇਹਨੂੰ ਇਸ ਤਰੀਕੇ ਨਾਲ ਇਹਨੂੰ ਵੱਸ 'ਚ ਕਰੀਏ, ਤੇ ਇਹਨੂੰ ਆਪ ਹੀ ਅੱਗ ਲੱਗ ਜਾਂਦੀ ਹੈ ਕਿ ਨਹੀਂ ਇਹ ਵੱਸ 'ਚ ਆ ਗਿਆ, ਫਿਰ ਤੇ ਗੱਲ ਹੀ ਖਤਮ ਹੋ ਗਈ ਸਾਰੀ। ਤੇ ਇਸ ਕਰਕੇ ਫਰਮਾਇਆ ਕਿ ਮਨ ਇੰਦਰੀ ਕੁਛ ਬਸ ਕਰ ਰੱਖੋ। ਜਦੋਂ ਤੱਕ ਮਨ ਵੱਸ 'ਚ ਨਹੀਂ ਆਉਂਦਾ, ਇਹ ਇੰਦਰੀਆਂ ਜਿਹੜੀਆਂ ਨੇ ਵੱਸ 'ਚ ਨਹੀਂ ਆਉਂਦੀਆਂ, ਤੇ ਉਦੋਂ ਤੱਕ
ਅਸੀਂ ਸਿਮਰਨ ਨਹੀਂ ਕਰ ਸਕਦੇ, ਉਦੋਂ ਤੱਕ ਸੇਵਾ ਨਹੀਂ ਕਰ ਸਕਦੇ। ਤੈਨੂੰ ਪਤਾ ਕਿ ਪੀਓ ਗੂੰਟ ਗੁਰੂ ਜਾਮ ਸੇ, ਕਿ ਜਦੋਂ ਇਹ ਮਨ ਵਸ 'ਚ ਆ ਜਾਏਗਾ, ਇੰਦਰੀਆਂ ਵਸ 'ਚ ਆ ਜਾਣਗੀਆਂ, ਤੇ ਫਿਰ ਗੁਰੂ ਦੀ ਕਿਰਪਾ ਹੋਏਗੀ, ਫਿਰ ਗੁਰੂ ਦਿਆ ਕਰੇਗਾ, ਤੇ ਫਿਰ ਉਹ ਜਿਹੜਾ ਪਿਆਲਾ ਜਿਹੜਾ ਨਾਮ ਵਾਲਾ ਇਹਨੂੰ ਮਿਲੇਗਾ, ਤੇ ਉਹਦੇ ਵਾਸਤੇ ਹੀ ਘੱਲਣਾ ਹੈ। ਮੈਂ ਕਈ ਵਾਰ ਦੱਸਿਆ ਕਿ ਉਹ ਪ੍ਰਸ਼ਾਦ ਤਾਂ ਤਿਆਰ ਹੈ, ਅਸੀਂ ਸਾਰੇ ਜਣੇ ਕੀ ਕਰ ਕੀ ਰਹੇ ਹਾਂ, ਜੋ ਸੇਵਾ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਦਾਨ ਪੁੰਨ ਕਰ ਰਹੇ ਹਾਂ, ਜੋ ਮਰਜ਼ੀ ਕਰ ਰਹੇ ਹਾਂ, ਅਸੀਂ ਆਪਣਾ ਭਾਂਡਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਿਰਫ ਕਿ ਭਾਂਡੇ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਪ੍ਰਸ਼ਾਦ ਤਾਂ ਉਹਨਾਂ ਦੇ ਕੋਲ ਹੈ, ਪ੍ਰਸ਼ਾਦ ਉਹ ਤਿਆਰ ਹੈ, ਲੇਕਿਨ ਜਦੋਂ ਉਹ ਜਿਸ ਤਰ੍ਹਾਂ ਗੁਰੂਆਂ ਨੇ ਫਰਮਾਇਆ ਸੀ ਕਿ ਬੱਚਾ ਜਿਹੜਾ ਵਾ ਦਾਲ ਨਾਲ ਲਿਬੜੀ ਕੌਲੀ ਲਈ ਫਿਰਦਾ ਮਾਂ ਅੱਗੇ, ਤੇ ਕਹਿੰਦਾ ਇਹ 'ਚ ਦੁੱਧ ਪਾ ਦੇ, ਕਹਿੰਦੇ ਮਾਂ ਕਿਸ ਤਰ੍ਹਾਂ ਪਾ ਦੇਵੇ ਉਹਦੇ ਵਿੱਚ, ਉਹਨੂੰ ਪਤਾ ਹੈ ਕਿ ਦੁੱਧ ਵੀ ਖਰਾਬ ਹੋ ਜਾਣਾ ਹੈ। ਇਸ ਕਰਕੇ ਇਹ ਜਿਹੜੇ ਜਿੰਨੇ ਵੀ ਕੰਮ ਅਸੀਂ ਕਰਦੇ ਹਾਂ, ਸੇਵਾ ਕਰਦੇ ਹਾਂ, ਕੋਈ ਸਿਮਰਨ ਕਰਦੇ ਹਾਂ, ਇਹਦਾ ਫਾਇਦਾ ਕੀ ਹੈ ਕਿ ਜੇ ਮਨ ਦੇ ਵਿੱਚੋਂ ਉਹ ਜਿਹੜੀਆਂ ਚੀਜ਼ਾਂ ਹੀ ਨਾ ਗਈਆਂ, ਤੇ ਜੇ ਈਰਖਾ ਦਵੇਸ਼ ਨਹੀਂ ਗਿਆ, ਮਾਣ ਵਡਿਆਈ ਦੀ ਚਾਹ ਨਾ ਗਈ, ਤੇ ਫਿਰ ਕ੍ਰੋਧ ਹੀ ਨਾ ਗਿਆ, ਤੇ ਇਹ ਫਿਰ ਸਿਮਰਨ ਕਾਹਦਾ, ਇਹ ਸੇਵਾ ਕਾਹਦੀ ਹੈ? ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਸਵਾਹ ਕਰਨੀਆਂ ਸੀ ਉਹਦੀ ਸੇਵਾ ਦੀ ਅੱਗ ਦੇ ਵਿੱਚ। ਜਿਹੜੇ ਇਹ ਤਪ ਹੈ ਸਾਰੇ, ਇਹ ਤਪ ਦੇ ਵਿੱਚ ਉਹਨੂੰ ਤਪਾਉਣਾ ਸੀ, ਉਹਨੂੰ ਉਹਦੀ ਤਪਸ਼ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਖਤਮ ਹੋਣੀਆਂ ਚਾਹੀਦੀਆਂ ਸੀ ਸਾਰੀਆਂ, ਲੇਕਿਨ ਇਹ ਚੀਜ਼ਾਂ ਤੇ ਅੱਗੇ ਨਾਲੋਂ ਵੱਧਦੀਆਂ ਪਈਆਂ ਨੇ, ਤੇ ਅਸੀਂ ਸੋਚਦੇ ਹਾਂ ਕਿ ਅਸੀਂ ਸੇਵਾ ਕਰ ਰਹੇ ਹਾਂ, ਅਸੀਂ ਸਿਮਰਨ ਕਰ ਰਹੇ ਹਾਂ, ਅਸੀਂ ਸਤਸੰਗ ਦੀ ਹਾਜ਼ਰੀ ਭਰ ਰਹੇ ਹਾਂ। ਨਹੀਂ, ਇਸ ਕਰਕੇ ਧਿਆਨ ਦੇਣਾ ਇਹਨਾਂ ਚੀਜ਼ਾਂ ਵੱਲ। ਜਦੋਂ ਜਦੋਂ ਅਸੀਂ ਇਹ ਚੀਜ਼ਾਂ ਕਦੀ ਵੀ ਖੁੱਲ੍ਹਿਆਂ ਛੱਡਿਆਂ, ਕਦੀ ਇਸ ਤਰ੍ਹਾਂ ਕਹੀਏ ਕਿ ਭੋਗ ਭੋਗ ਕੇ ਜਿਹੜਾ ਇਹ ਰੱਜ ਜਾਵੇ, ਇਹਨੇ ਕਦੀ ਨਹੀਂ ਰੱਜਣਾ ਕੋਈ ਵੀ ਹੈ। ਜਿੰਨੀ ਮਰਜ਼ੀ ਮਾਣ ਵਡਿਆਈ ਮਿਲ ਜੇ, ਮਨ ਨਹੀਂ ਰੱਜਦਾ। ਇਹ ਕਹਿੰਦਾ ਹੋਰ ਬਸ ਸਾਰੀ ਦੁਨੀਆ ਦੀ ਮਾਣ ਵਡਿਆਈ ਮੈਨੂੰ ਹੀ ਮਿਲ ਜੇ, ਹੋਰ ਜਿੰਨੇ ਮਰਜ਼ੀ ਭੋਗ ਭੋਗ ਲਵੇ, ਜੋ ਮਰਜ਼ੀ ਖਾ ਪੀ ਲਵੇ, ਇਹ ਸੋਚੇ ਕਿ ਮੈਂ ਖਾ ਕੇ ਹੀ ਰੱਜ ਜਾਵਾਂਗਾ, ਇਹ ਜੀਵਾ ਜਿਹੜੀ ਤ੍ਰਿਪਤ ਹੋ ਜਾਏਗੀ, ਜਿੰਨਾ ਕੁਛ ਮਰਜ਼ੀ ਖਾ ਲੇ ਵੱਸ 'ਚ ਨਹੀਂ ਹੁੰਦੀ ਹੈਗੀ। ਇਹਨੂੰ ਜਦੋਂ ਸੰਯਮ ਨਾਲ ਇਹਨੂੰ ਕੰਟਰੋਲ ਕਰਨਾ ਸ਼ੁਰੂ ਕਰਦੇ ਆ। ਇਹ ਵਰਤ ਵਾਲੀ ਪ੍ਰਥਾ ਕਿਉਂ ਬਣਾਈ ਗਈ ਸੀ? ਵਰਤ ਇਸੇ ਹੀ ਕਰਕੇ ਸੀ ਕਿ ਬਈ ਇਹਨੂੰ ਕਦੀ ਨਾ ਕਦੀ ਥੋੜਾ ਲਗਾਮ ਲੱਗੇ ਇਹਨੂੰ। ਇਸੇ ਤਰ੍ਹਾਂ ਹੀ ਮਨ ਨੂੰ ਵੀ ਜਦੋਂ ਅਸੀਂ ਗੁੱਸਾ ਕਰਦੇ ਹਾਂ, ਜਦੋਂ ਅਸੀਂ ਕਿਸੇ ਦਾ ਬੁਰਾ ਸੋਚਦੇ ਹਾਂ, ਕਿਸੇ ਨਾਲ ਲੜਾਈ ਝਗੜਾ ਕਰਦੇ ਹਾਂ, ਕਦੀ ਵਰਤ ਰੱਖੀਏ ਇਹਨਾਂ ਚੀਜ਼ਾਂ ਦਾ ਵੀ। ਜਿਸ ਤਰ੍ਹਾਂ ਹੋਵੇ ਕਿ ਅੱਜ ਸੋਮਵਾਰ ਹੈ, ਅੱਜ ਵਰਤ ਰੱਖਿਆ ਜੀ, ਅੱਜ ਮੈਂ ਲੜਨਾ ਨਹੀਂ ਕਿਸੇ ਨਾਲ ਵੀ। ਅੱਜ ਮੰਗਲਵਾਰ ਆ, ਅੱਜ ਕਿਸੇ ਨੂੰ ਮੰਦਾ ਨਹੀਂ ਬੋਲਣਾ। ਔਰ ਇਸ ਤਰ੍ਹਾਂ ਰੋਜ਼ ਕੋਈ ਨਾ ਕੋਈ ਵਰਤ ਰੱਖਿਆ ਜਾਵੇ। ਜਦੋਂ ਵਰਤ ਰੱਖਣਾ ਸਟਾਰਟ ਕਰੇਗਾ, ਇਹ ਤਾਂ ਨਹੀਂ ਹੈ ਕਿ ਜਿਸ ਤਰ੍ਹਾਂ ਭੁੱਖ ਲੱਗਦੀ ਹੈ ਰੋਜ਼ ਤੇ ਅਸੀਂ ਨਹੀਂ ਖਾਂਦੇ, ਅਸੀਂ ਕਹਿੰਦੇ ਅਸੀਂ ਸਾਡਾ ਵਰਤ ਹੈ ਅੱਜ। ਇਸੇ ਤਰ੍ਹਾਂ ਕੰਮ ਉਸ ਦਿਨ ਵੀ ਹੋਣਾ, ਜਿਸ ਦਿਨ ਅਸੀਂ ਕਹਿਣਾ ਕਿ ਅਸੀਂ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਨਾ। ਕਿਸੇ ਨੇ ਮਾੜਾ ਆਖਿਆ, ਗੁੱਸਾ ਤੇ ਆਉਣਾ ਹੀ ਹੈ, ਪਰ ਆਪਣਾ ਵਰਤ ਹੋਏਗਾ ਉਸ ਦਿਨ ਕਿ ਅਸੀਂ ਅੱਜ ਨਹੀਂ ਗੁੱਸਾ ਕਰਨਾ ਹੈਗਾ। ਫਿਰ ਹੌਲੀ ਹੌਲੀ ਕਰਦਿਆਂ ਜਿਸ ਤਰ੍ਹਾਂ ਆਪਣੇ ਜੀਭਾਂ ਤੇ ਕੰਟਰੋਲ ਹੋ ਜਾਂਦਾ ਹੈ, ਇਸੇ ਤਰ੍ਹਾਂ ਹੌਲੀ ਹੌਲੀ ਕਰਦਿਆਂ ਕੰਟਰੋਲ ਵਧੇਗਾ ਇਹਦਾ। ਤੇ ਜੇ ਖੁੱਲ੍ਹਾ ਛੱਡਿਆ ਕਿ ਨਹੀਂ ਕੋਈ ਗੱਲ ਨਹੀਂ ਹੈ, ਮੇਰੇ ਕੋਲ ਤਾਂ ਬੜਾ ਕੁਛ ਹੈਗਾ, ਮੈਂ ਤਿਆਰ ਹੀ, ਤੇ ਫਿਰ ਇਹ ਕਦੀ ਵੀ ਨਹੀਂ ਵੱਸ 'ਚ ਆ ਸਕਦਾ। ਇਸ ਕਰਕੇ ਫਿਰ ਆਏ ਕਿ ਮਨ ਇੰਦਰੀ ਕੁਛ ਬਸ ਕਰ ਰੱਖੋ। ਕਹਿੰਦੇ ਇਹਨੂੰ ਥੋੜ੍ਹੇ ਵੱਸ 'ਚ ਰੱਖੋ, ਇਹਨਾਂ ਨੂੰ ਖੁੱਲ੍ਹਿਆਂ ਛੱਡਿਆਂ ਗੁਜ਼ਾਰਾ ਨਹੀਂ ਹੈਗਾ। ਇਹਨਾਂ ਨੂੰ ਥੋੜ੍ਹਾ ਜਿਹਾ ਕੱਸਣਾ ਸ਼ੁਰੂ ਕਰੋ ਸਤਿਗੁਰਾਂ ਦਾ ਬਲ ਲੈ ਕੇ। ਤੇ ਬਈ ਕਾਹਦੇ ਵਾਸਤੇ ਅਸੀਂ ਘਰ ਬਾਰ ਛੱਡ ਕੇ ਕਾਹਦੇ ਵਾਸਤੇ ਆਉਂਦੇ ਆ? ਕਾਹਦੇ ਵਾਸਤੇ ਇੰਨਾ ਜਿਹੜਾ ਕੀਮਤੀ ਸਮਾਂ ਕੱਢਦੇ ਆ? ਜੇ ਅਸੀਂ ਕਰਨਾ, ਜਿਸ ਤਰ੍ਹਾਂ ਬੱਚਾ ਸਕੂਲ ਜਾਂਦਾ ਹੈ ਤੇ ਸਕੂਲ ਜਾ ਕੇ ਵੀ ਕਵੇ ਕਿ ਮੈਨੂੰ ਉਹੀ ਚੀਜ਼ਾਂ ਮਿਲਣ ਜੋ ਮੈਨੂੰ ਘਰ 'ਚ ਮਿਲਦੀਆਂ ਨੇ, ਉਸੇ ਤਰੀਕੇ ਦੇ ਨਾਲ ਹੀ ਮੈਂ ਆਪਣੇ ਕੰਮ ਕਰਾਂ, ਖਾਵਾਂ ਪੀਵਾਂ, ਘੁੰਮਾਂ ਫਿਰਾਂ, ਜੋ ਮਰਜ਼ੀ ਹੈ, ਤੇ ਫਿਰ ਉਹ ਪੜ੍ਹ ਨਹੀਂ ਸਕਦਾ ਕਦੀ ਵੀ। ਹਾਂਜੀ। ਮਨ ਇੰਦਰੀ ਕੁਛ ਵਸ ਕਰ ਰਾਖੋ, ਪਿਓ ਘੂੰਟ ਗੁਰੂ ਜਾਮ ਸੇ, ਲਗੇ ਠਿਕਾਨਾ ਮਿਲੇ ਮੁਕਾਮਾ, ਛੂਟੋ ਮਨ ਕੇ ਦਾਮ ਸੇ। ਕਹਿੰਦੇ ਲਗੇ ਠਿਕਾਣਾ ਮਿਲੇ ਮੁਕਾਮਾ। ਕਹਿੰਦੇ ਜਦੋਂ ਇਹ ਕੰਮ ਅਸੀਂ ਕਰਾਂਗੇ ਤੇ ਬਈ ਸਤਿਗੁਰਾਂ ਦੀ ਦਇਆ ਕਿਰਪਾ ਆਏਗੀ, ਸਾਨੂੰ ਆਪਣਾ ਠਿਕਾਣਾ ਮਿਲ ਜਾਏਗਾ।
ਆਪਣਾ ਜਿਹੜਾ ਮੁਕਾਮ ਜਿਸ ਵਾਸਤੇ ਅਸੀਂ ਦੌੜੇ ਭੱਜੇ ਫਿਰਦੇ ਹਾਂ ਉਹ ਮੁਕਾਮ ਸਾਨੂੰ ਪ੍ਰਾਪਤ ਹੋ ਜਾਏਗਾ। ਕਹਿ ਕੇ ਛੂਟੋ ਮਨ ਕੇ ਦਾਮ ਸੇ। ਫਿਰ ਇਹ ਜਿਹੜਾ ਮਨ ਜਿਹੜਾ ਦਾ ਲਾਉਂਦਾ ਹੈ, ਜਦੋਂ ਚਲਾਕੀ ਖੇਡਦਾ ਜਿਹੜੀ, ਇਹ ਸਮਝ ਆਉਣੀ ਸ਼ੁਰੂ ਹੋ ਜਾਏਗੀ। ਚਾਹੁੰਦੇ ਹਾਂ ਅਸੀਂ ਵੀ ਕਈ ਵਾਰੀ ਸੋਚਦੇ ਹਾਂ, ਜਦੋਂ ਸਤਸੰਗ 'ਚ ਬੈਠਦੇ ਹਾਂ, ਜਦੋਂ ਸਿਮਰਨ 'ਤੇ ਬੈਠਦੇ ਹਾਂ, ਜਦੋਂ ਕੋਈ ਐਸੀ ਸੰਗਤ ਕਰਦੇ ਹਾਂ, ਮਨ ਕਰਦਾ ਹੈ ਕਿ ਨਹੀਂ ਹੁਣ ਮੈਂ ਬੁਰੀ ਸੰਗਤ ਛੱਡ ਦੇਣੀ ਹੈ, ਹੁਣ ਮੈਂ ਮਾੜੇ ਕੰਮ ਨਹੀਂ ਕਰਨੇ, ਹੁਣ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਣਾ, ਹੁਣ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ। ਪਰ ਪਤਾ ਹੀ ਨਹੀਂ ਲੱਗਦਾ ਕਿ ਕਾਲ ਜਿਹੜਾ ਹੈ, ਜਿਹੜਾ ਮਨ ਜਿਹੜਾ ਕਾਲ ਦਾ ਹੀ ਇੱਕ ਰੂਪ ਹੈ ਛੋਟਾ, ਉਹਦਾ ਹੀ ਏਜੰਟ ਹੈ। ਇਹ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਦਾ ਲਾਉਂਦਾ ਹੈ। ਅਸੀਂ ਮੰਨ ਜਾਂਦੇ, ਸਭ ਕੁਝ ਕਹਿੰਦੇ ਹਾਂ ਕਿ ਹੁਣ ਆਪਾਂ ਆਪਣੀ ਰਹਿਣੀ ਬਦਲ ਦੇਣੀ ਹੈ, ਹੁਣ ਆਪਾਂ ਗੁਰੂ ਦਾ ਬਚਨ ਮੰਨਣਾ ਹੈ। ਲੇਕਿਨ ਮਨ ਜਿਹੜਾ ਫਿਰ ਦਾ ਖੇਡਦਾ ਹੈ, ਆਪਣਾ ਸਮੇਂ ਦੀ ਤੰਗ 'ਚ ਰਹਿੰਦਾ ਹੈ। ਜਦੋਂ ਕੋਈ ਐਸਾ ਵੇਖਦਾ ਮੌਕਾ, ਉਦੋਂ ਭੱਜ ਕੇ ਆਪਣਾ ਕੰਮ ਫਿਰ ਕਰ ਲੈਂਦਾ ਹੈ। ਪਰ ਜਿਸ ਤਰ੍ਹਾਂ ਪਿੱਛੇ ਸਤਿਗੁਰਾਂ ਦੇ ਬਚਨ ਆਏ ਨੇ, ਜੇ ਕਹਿੰਦੇ ਅਸੀਂ ਉਹ ਬਚਨ ਸਾਰੇ ਹੀ ਮੰਨਾਂਗੇ, ਉਸੇ ਤਰੀਕੇ ਨਾਲ ਇਹਨੂੰ ਸੰਯਮ 'ਚ ਲਿਆਉਣਾ ਸ਼ੁਰੂ ਕਰਾਂਗੇ, ਗੁਰੂ ਦਾ ਬਲ ਲਵਾਂਗੇ, ਅਤੇ ਫਿਰ ਕਹਿੰਦੇ ਆ ਇਹਨੂੰ ਠਿਕਾਣਾ ਮਿਲ ਜਾਏਗਾ, ਮਨ ਨੂੰ ਵੀ, ਇਹਨੂੰ ਵੀ ਆਪਣਾ ਘਰ ਮਿਲ ਜਾਏਗਾ। ਅਤੇ ਇਹ ਜਿਹੜਾ ਦਾ ਲਾਉਂਦਾ ਹੈ, ਇਹ ਸਿੱਖ ਜਿਹੜਾ ਇਹਨੂੰ ਹਰ ਵੇਲੇ ਚੁਕੰਨਾ ਰਹੇਗਾ, ਇਹਨੂੰ ਪਤਾ ਲੱਗੇਗਾ ਤਾਂ ਦਾ ਨਹੀਂ ਫਿਰ ਮਨ ਦਾ ਲੱਗੇਗਾ ਕੋਈ। ਜੇ ਅਸੀਂ ਢਿੱਲੇ ਬੈਠੇ ਰਹਾਂਗੇ, ਜੇ ਨਹੀਂ ਅਸੀਂ ਉਹ ਕਰਾਂਗੇ, ਚੱਲ ਕੋਈ ਗੱਲ ਨਹੀਂ, ਦੇਖੀ ਜਾਊਗੀ, ਕੀਤੀ ਜਾਊਗੀ, ਆਪੇ ਗੁਰੂ ਕਰੂਗਾ, ਆਪੇ ਇਸ ਤਰ੍ਹਾਂ ਹੋ ਜਾਊਗਾ, ਫਿਰ ਨਹੀਂ ਹੋਣਾ। ਜਿਸ ਤਰ੍ਹਾਂ ਘਰ ਦੇ ਵਿੱਚ ਕੋਈ ਅਸੀਂ ਕਿਸੇ ਚੀਜ਼ ਦੀ, ਕੋਈ ਚੋਰ ਜਾਂ ਕੋਈ ਡਾਕੂ, ਜਿਸ ਤਰ੍ਹਾਂ ਜੇਲ੍ਹਾਂ 'ਚ ਡੱਕੇ ਹੁੰਦੇ, ਨਿਗਰਾਨੀ ਕਰੀ ਦੀ ਏ, ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਫਰਮਾਉਣਾ ਕਿ ਬਈ ਜਿਹੜਾ ਢਿੱਲਾ ਮਠੱਲਾ ਬੰਦਾ ਵਾ, ਉਹ ਤਾਂ ਦੁਨੀਆ 'ਚ ਕਾਮਯਾਬ ਨਹੀਂ ਹੈਗਾ, ਭਗਤੀ 'ਚ ਕਿੱਦਾਂ ਕਾਮਯਾਬ ਹੋਏਗਾ। ਇਹ ਮਨ ਦੀ ਵੀ ਚੌਕਸੀ ਕਰਨੀ ਪੈਂਦੀ ਹੈ, ਮਨ ਵੱਲ ਵੀ ਧਿਆਨ ਦੇਣਾ ਪੈਂਦਾ, ਰੱਖਣਾ ਪੈਂਦਾ ਇਹਦਾ ਵੀ ਧਿਆਨ। ਜੇ ਇਹਨੂੰ ਖੁੱਲ੍ਹੇ ਛੱਡ ਦਈਏ ਤਾਂ ਫਿਰ ਇਹਨੇ ਤਾਂ ਆਪਣਾ ਦਾ ਲਾਉਣਾ ਹੀ ਲਾਉਣਾ ਹੈ। ਇਸ ਲਈ ਹਮੇਸ਼ਾ ਜਿਹੜਾ ਗੁਰੂ ਦਾ ਸਿੱਖ ਹੈ, ਉਹ ਤਾਂ ਹਮੇਸ਼ਾ ਚੁਕੰਨਾ ਹੋ ਕੇ ਰਹਿੰਦਾ ਹੈ, ਹਰ ਵੇਲੇ ਇਸ 'ਚ ਰਹਿੰਦਾ ਕਿ ਮੇਰੇ ਕੋਲ ਕੋਈ ਗਲਤੀ ਨਾ ਹੋ ਜਾਏ, ਮੇਰੇ ਕੋਲ ਗੁਰੂ ਦਾ ਬਚਨ ਨਾ ਉਲੰਘਿਆ ਜਾਵੇ। ਕੋਈ ਐਸਾ ਸਮਾਂ ਜਿਹੜਾ ਵਾ ਨਾ ਐਸਾ ਆਵੇ ਕਿ ਜਦੋਂ ਮੈਨੂੰ ਗੁਰੂ ਦੀ ਨਾਰਾਜ਼ਗੀ ਮਿਲੇ। ਹਾਂਜੀ, ਅੱਗੇ। ਭਜਨ ਕਰੋ ਛੋੜੋ ਸਭ ਆਲਸ, निकल चलो कलिग्राम से, दम दम करो बेनती गुरु से, वही नकारे तन चाम से। ਹੁਣ ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਦਮ ਦਮ ਕਰੋ ਬੇਨਤੀ ਗੁਰੂ ਸੇ, ਜਿਸ ਤਰ੍ਹਾਂ ਹੁਣੇ ਕਿਹਾ ਕਿ ਹਰ ਦਮ ਧਿਆਨ ਰੱਖਣਾ ਪੈਣਾ। ਦਮ ਦਮ ਬੇਨਤੀ ਦਾ ਮਤਲਬ ਕੀ ਹੈ? ਜਿਹਨਾਂ ਕਿਹਾ ਕਿ ਸਾਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਕਾ ਨਾਮ, ਹਰ ਦਮ ਦਮ ਨਾਲ ਉਹਨੂੰ ਯਾਦ ਕਰਨਾ, ਉਹਦਾ ਨਾਮ ਸਿਮਰਨਾ। ਜੇ ਅਸੀਂ ਸੋਚਦੇ ਹਾਂ ਕਿ ਨਹੀਂ ਹੁਣ ਅੱਜ ਬਸ ਜੀ 1 ਘੰਟਾ ਲਗਾ ਲਿਆ, ਅੱਧਾ ਘੰਟਾ ਲਗਾ ਲਿਆ, ਬਸ ਹੁਣ ਤਾਂ ਮੈਨੂੰ ਹਾਜ਼ਰੀ ਲੱਗ ਗਈ, ਹੁਣ ਮੈਂ ਆਪਣਾ ਕੰਮ ਕਰਾਂ, ਅਤੇ ਫਿਰ ਤਾਂ ਉਹਨੇ ਸਾਰਾ ਦਿਨ ਆਪਣਾ ਕੰਮ ਹੀ ਕਰਨਾ ਹੈ। ਸਾਰਾ ਦਿਨ ਹੀ ਚੌਕਸੀ ਰੱਖਣੀ ਪੈਣੀ ਹੈ, ਦਮ ਦਮ ਨਾਲ ਉਹ ਵਿਚਾਰ ਕਰਨਾ ਪੈਣਾ ਹੈ ਕਿ ਭਜਨ ਕਰੋ ਛੋੜੋ ਸਭ ਆਲਸ। ਜਿਸ ਤਰ੍ਹਾਂ ਪਿੱਛੇ ਜਿਹੜੀਆਂ ਡਿਊਟੀਆਂ ਲਾਈਆਂ, ਉਹਦੇ ਵਿੱਚ ਇੱਕ ਇਹ ਵੀ ਉਹਨਾਂ ਨੇ ਕਿਹਾ ਕਿ ਆਲਸ ਅਸੀਂ ਬੜਾ ਕਰਦੇ ਹਾਂ, ਬਾਕੀ ਕੰਮਾਂ ਵਾਸਤੇ ਆਲਸ ਨਹੀਂ। ਜਿੰਨਾ ਮਰਜ਼ੀ ਬੰਦਾ ਭਾਵੇਂ ਸੁੱਤਾ ਪਿਆ ਹੋਵੇ ਬਿਸਤਰੇ 'ਚ, ਕੋਈ ਆਣ ਕੇ ਕਹਿ ਦੇ ਉਹ ਤੈਨੂੰ ਗਾਲਾਂ ਕੱਢਣ ਦਿਆ ਬਾਹਰ, ਆਲਸ ਰਹਿੰਦਾ ਉੱਥੇ? ਬੰਦਾ ਉਹ ਮਾਰਦਾ ਰਜਾਈ ਰਜੂਈ ਘੁਮਾ ਕੇ, ਕਹਿੰਦਾ ਮੈਂ ਹੁਣੇ ਦੇਖਦਾ ਜਾ ਕੇ, 1 ਮਿੰਟ ਨਹੀਂ ਕਰਦਾ, ਉਦੋਂ ਆਲਸ ਨਹੀਂ ਹੁੰਦਾ ਕੋਈ ਵੀ। ਅਤੇ ਜਦੋਂ ਜੇ ਕੋਈ ਕਹੇ ਭਾਵੇਂ ਜਾਗਦਾ ਵੀ ਹੋਵੇ ਕਿ ਚਲੋ 2 ਮਿੰਟ ਗੁਰੂ ਮਹਾਰਾਜ ਦੀ ਹਾਜ਼ਰੀ ਭਰ ਲਈਏ, ਉਹ ਬੜੇ ਥੱਕੇ ਆ, ਬੜੀ ਠੰਡ ਬੜੀ ਹੈ, ਬੜਾ ਇਹ ਜਿਹੇ ਕੰਮ ਹੈਗਾ। ਆਲਸ ਸਾਰਾ ਇੱਥੇ ਕੰਮ 'ਤੇ ਹੀ ਆਉਂਦਾ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਗੁਰੂ ਜਿਹੜਾ ਆ ਜਿਹੜੀ ਆ ਕਿਉਂ ਨਹੀਂ ਦਿਆ ਕਿਰਪਾ ਕਰਦਾ? ਉਹਨੇ ਤਾਂ ਬਈ ਸਭ ਕੁਛ ਆਪਣੇ ਸਾਡੇ ਹਵਾਲੇ ਕਰ ਦਿੱਤਾ, ਠੀਕ ਹੈ। ਦਇਆ ਤੇ ਉਹਦੀ ਕਿਰਪਾ ਨਾਲ ਹੀ ਹੋਣੀ, ਆਪਣੇ ਉਹਦੇ ਨਾਲ ਕਿਰਪਾ ਦੇ ਨਾਲ ਹੀ ਪੂਰੀ ਪੈਂਦੀ ਹੈ ਸਾਰੀ। ਪਰ ਬਈ ਇੱਕ ਡਿਊਟੀ ਤਾਂ ਸਮਝ ਕੇ ਕਰਨੀ, ਇੱਕ ਡਰ ਭੈ ਤਾਂ ਰੱਖਣਾ ਹੈ। ਜੋ ਫਰਮਾਉਂਦੇ ਨੇ ਉਹ ਇੱਕ ਸ਼ੁਰੂ ਤੋਂ ਉਹਦੇ ਹਿਸਾਬ ਨਾਲ ਕਿੰਨਾ ਟਾਈਮ ਉਹਨਾਂ ਨੇ ਕਿਹਾ, ਕਿਹੜਾ ਕੋਈ ਦਿਨ ਵਾਰ ਸਾਨੂੰ ਜਾਂ ਕਿਹੜਾ ਮਹੂਰਤ ਦੀ ਗੱਲ ਕੀਤੀ ਹੈ, ਹਰ ਤਰ੍ਹਾਂ ਖੁੱਲ੍ਹੀ ਛੁੱਟੀ ਦਿੱਤੀ ਹੈ। ਖਾਸ ਕਰਕੇ ਸਤਿਗੁਰਾਂ ਨੇ ਫਰਮਾਉਣਾ ਕਿ ਜਦੋਂ ਮਨ ਤੰਗ ਕਰੇ, ਜਦੋਂ ਮਨ ਜ਼ਿਆਦਾ ਡਾਵਾਂ ਡੋਲੇ, ਉਦੋਂ ਜ਼ਿਆਦਾ ਲੋੜ ਹੁੰਦੀ ਹੈ। ਜਦੋਂ ਮਨ ਖਰਾਬ ਕਰੇ, ਜਿਸ ਤਰ੍ਹਾਂ ਬੰਦਾ ਜਦੋਂ ਬਿਮਾਰ ਹੁੰਦਾ, ਦਵਾਈ ਦੀ ਲੋੜ ਉਦੋਂ ਜ਼ਿਆਦਾ ਹੁੰਦੀ ਹੈ। ਘਰ 'ਚ ਦਵਾਈਆਂ ਰੱਖੀਆਂ ਦਾ ਫਾਇਦਾ ਕੀ ਹੋਇਆ?
ਅੱਗੋਂ ਪਿੱਛੋਂ ਦਵਾਈਆਂ ਸੰਭਾਲ ਕੇ ਰੱਖੇ, ਇੱਥੇ ਪਈ। ਜਦੋਂ ਕੋਈ ਬਿਮਾਰ ਹੋਵੇ, ਕੋਈ ਜਿਸ ਵਾਸਤੇ ਉਹ ਦਵਾਈ ਲੱਭੇ ਨਾ, ਫਿਰ ਫਾਇਦਾ ਤਾਂ ਨਹੀਂ ਦਵਾਈ ਦਾ ਕੋਈ। ਦਵਾਈ ਤਾਂ ਉਸ ਵਾਸਤੇ ਹੀ ਕਿ ਜਦੋਂ ਮਨ ਹੈਰਾਨੀ ਪਰੇਸ਼ਾਨੀ ਕੋਈ ਪੈਦਾ ਕਰੇ, ਕੋਈ ਡਾਵਾਂਡੋਲੀ ਹੋਵੇ, ਕੋਈ ਟੈਨਸ਼ਨ ਚਿੰਤਾ ਹੋਵੇ, ਉਸੇ ਵੇਲੇ ਇਹਨੂੰ ਉਹ ਬਈ ਗੁਰੂ ਦਾ ਯਾਦ ਆ ਕਿ ਕਮ ਸੇ ਕਮ ਹੁਣ ਤਾਂ ਮੈਂ ਕਰ ਲਵਾਂ। ਉਦੋਂ ਹੋਰ ਇਹਨੂੰ ਟੈਨਸ਼ਨਾਂ ਹੋਰ ਇਹਨੂੰ ਘੇਰ ਕੇ ਬਹਿ ਜਾਂਦੀਆਂ ਨੇ, ਉਦੋਂ ਹੋਰ ਪਾਸੇ ਧਿਆਨ ਜਾਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਸੁਣਾਏ ਭਜਨ ਕਰੋ ਛੋੜੋ ਸਭ ਆਲਸ, ਨਿਕਲ ਚਲੋ ਕਲੀਗ੍ਰਾਮ ਸੇ। ਜੇ ਉਹਦੇ ਵਿੱਚੋਂ ਨਿਕਲਣਾ ਚਾਹੁੰਦੇ, ਇਹ ਕਾਲ ਦਾ ਜਿਹੜਾ ਦੇਸ਼ ਹੈ, ਇਹ ਚੋਂ ਨਿਕਲਣਾ ਚਾਹੁੰਦੇ ਆ, ਇਹ ਦੁੱਖਾਂ ਸੁੱਖਾਂ ਦਾ ਦੇਸ਼ ਹੈ। ਤਜੋ ਮਨ ਇਹ ਸੁੱਖ ਦੁੱਖ ਕਾ ਧਾਮ, ਲਗੋ ਤੁਮ ਜਾਏ ਚਾੜਾ ਸਤਨਾਮ। ਇਹ ਦੁੱਖ ਸੁੱਖ ਦਾ ਦੇਸ਼ ਹੈ, ਇੱਥੇ ਡਾਵਾਂਡੋਲੀ ਬਣੀ ਹੀ ਰਹਿਣੀ ਹੈ। ਕਦੀ ਲੱਗਣਾ ਹੈ ਕਿ ਬੜੇ ਸੁੱਖ ਨੇ, ਬੜੀ ਵਧੀਆ ਜ਼ਿੰਦਗੀ ਲੰਘ ਰਹੀ ਆ, ਇੱਕਦਮ ਕਦੀ ਕੁਛ ਇਸ ਤਰ੍ਹਾਂ ਹੋਣਾ ਲੱਗਣਾ ਸਭ ਕੁਛ ਹੀ ਹੱਥੋਂ ਨਿਕਲ ਗਿਆ। ਇਹਦੇ ਦੁੱਖ ਸੁੱਖ ਇੱਦਾਂ ਦੇ। ਪਰ ਜਦੋਂ ਅਸੀਂ ਉਹਨਾਂ ਨੇ ਜਿਸ ਤਰ੍ਹਾਂ ਫਰਮਾਇਆ ਕਿ ਭਜਨ ਕਰੋ ਛੋੜੋ ਸਭ ਆਲਸ, ਜਦੋਂ ਅਸੀਂ ਸਤਿਗੁਰਾਂ ਦਾ ਭਜਨ ਕਰਾਂਗੇ, ਜਦੋਂ ਅਸੀਂ ਸਤਿਗੁਰਾਂ ਦੇ ਉਹ ਹਰ ਵਾਲੇ ਨਾਮ ਨਾਲ ਜੁੜੇ ਰਹਾਂਗੇ, ਇਹ ਫਿਰ ਕਾਲ ਜਿਹੜਾ ਸਾਡੇ ਨੇੜੇ ਨਹੀਂ ਆ ਸਕਦਾ। ਫਿਰ ਇਹਨੂੰ ਉਹ ਜਿਹੜੀ ਦ੍ਰਿਸ਼ਟੀ ਫਿਰ ਅੱਖਾਂ ਉਹ ਮਿਲਣਗੀਆਂ, ਇਹਨੂੰ ਸਭ ਕੁਛ ਕਲੀਅਰ ਦਿਸੇਗਾ, ਪਤਾ ਲੱਗ ਜਾਏਗਾ। ਇਸ ਕਰਕੇ ਹਮੇਸ਼ਾ ਉਹ ਕਹਿੰਦੇ ਕਿ ਆਲਸ ਨਾ ਕਰਕੇ, ਬਾਕੀ ਜਿਸ ਤਰ੍ਹਾਂ ਕੰਮਾਂ ਨੂੰ ਦੌੜ ਭੱਜ ਕੇ ਕਰਦੇ ਹਾਂ, ਕਈ ਵਾਰੀ ਅਸੀਂ ਦੇਖਦੇ ਹਾਂ ਕਿੰਨਾ ਆਨੰਦ ਆਉਂਦਾ ਨਿੰਦਾ ਚੁਗਲੀ ਕਰਦੇ ਹਾਂ। ਆਪਾਂ 2 ਮਿੰਟ ਹੁਣੇ ਵੀ ਬੈਠੇ ਹਾਂ, ਥੋੜ੍ਹੀ ਦੇਰ ਦੇਖੋ, 10 ਮਿੰਟ ਕਿਤੇ ਭਜਨ 'ਤੇ ਬੈਠ ਕੇ ਵੇਖਿਓ, ਮਨ ਐਂ ਹੋਣਾ ਕਿ ਯਾਰ ਉੱਠ ਪਈਏ ਹੁਣ। ਆਪ ਕਈ ਵਾਰੀ ਕਈ ਬੱਚੇ ਦੱਸਦੇ ਨੇ, ਕਹਿੰਦੇ 10 ਮਿੰਟ ਦਾ ਅਲਾਰਮ ਲਗਾਇਆ ਹੁੰਦਾ ਹੈ, 10 ਮਿੰਟ ਹੀ ਨਹੀਂ ਪੂਰੇ ਹੋਣ ਚਾਹੁੰਦੇ ਕਿਤੇ ਵੀ। ਇੱਦਾਂ ਲੱਗਦਾ ਕਿ ਪਤਾ ਨਹੀਂ ਘੰਟਾ ਹੋ ਗਿਆ ਕਦੇ ਕੀ ਕਿੰਨੇ ਚਿਰ ਬੈਠੇ ਆ। ਪਰ ਜੇ ਕੋਈ ਨਿੰਦਾ ਚੁਗਲੀ ਕਰ ਰਿਹਾ ਹੋਵੇ, ਜੇ ਕੋਈ ਇੱਕ ਦੂਜੇ ਦੀ ਕੋਈ ਕਰ ਰਿਹਾ ਹੋਇਆ ਇਹੋ ਜਿਹੇ ਵਚਨ ਸੁਣਦੇ ਰਹੀਏ, ਭਾਵੇਂ ਸਾਰੀ ਰਾਤ ਬੈਠੇ ਰਹੀਏ, ਮਜ਼ਾ ਹੀ ਬੜਾ ਹੁੰਦਾ। ਕੋਈ ਮਨ ਕਿਤੇ ਥੱਕਦਾ ਹੀ ਨਹੀਂ ਕਿਤੇ ਵੀ, ਉਹਦੇ 'ਚ ਕੋਈ ਆਲਸ ਨਹੀਂ ਹੁੰਦਾ ਹੈਗਾ। ਕਿੱਥੇ ਠੰਡ 'ਚ ਖੜੇ ਆ, ਕਿੱਥੇ ਗਰਮੀ 'ਚ ਖੜੇ ਆ, ਫਿਰ ਨਹੀਂ ਪਤਾ। ਅਤੇ ਜੇ ਅਸੀਂ ਚਾਹੁੰਦੇ ਹਾਂ ਗੁਰੂ ਦੀ ਖੁਸ਼ੀ, ਤਾਂ ਫਿਰ ਇਹ ਮਨ ਨੂੰ ਥੋੜ੍ਹਾ ਜਿਹਾ ਮਾਰਨਾ ਪਏਗਾ, ਫਿਰ ਇਹਨੂੰ ਸਤਿਗੁਰਾਂ ਦੇ ਬਚਨ ਦੇ ਵਿੱਚ ਲਿਆਉਣਾ ਹੀ ਪਏਗਾ। ਉਹਦੇ ਵਾਸਤੇ ਯਤਨ ਇਹਨੂੰ ਕਰਨਾ ਪਏਗਾ। ਉਹਨੇ ਕਿਹਾ ਕਿ ਚਰਨ ਸਰਣ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤਾ। ਇਹ ਥੋੜ੍ਹਾ ਸ਼ੁਰੂ ਤਾਂ ਕਰੇ, ਧਿਆਨ ਦੇਣਾ ਕਰੇ, ਸਤਿਗੁਰ ਦਿਆ ਕਰਦੇ ਨੇ। ਹਾਂਜੀ। ਦਮ ਦਮ ਕਰੋ ਬੇਨਤੀ ਗੁਰੂ ਸੇ, ਵਹੀ ਨਕਾਰੇ ਤਨ ਚਾਮ ਸੇ। और उपाओ न ऐसा कोई, रटन करो सुबह शाम से। देखो फिर बार बार उसी चीज ते लिया रहे ने, कहते कि दम दम करो बेनती गुरु से, वही निकारे तन चाम से। कहते कि होर कोई चीज इचों नहीं खड़ सकते, बस सतगुरां दे अगे बेनती करो, उन्हां दी याद बनाई रखो हमेशा ही, पल पल उन्हां दा शुकराना करते रहिए हर वस्तु हर चीज़ वास्ते। कि देखिए दुनिया दे विच की हो रहा है, कभी अपने तो थल्ले देखिए तो सही, कभी असी उलांभे ही दिंदे रहने, असी एक दूजे वाल ही देखते रहने, कभी देखिए सतगुरां दी कृपा वाल देखिए, पता चलेगा इनू कोई ऐसी गल। बड़े वध तो वध दुनिया च दुख भरे पे ने, पर जदों ये सतगुरां दी दया नाल इनू दृष्टि मिलेगी, थोड़ा अपने वाल वेखना शुरू करेगा, इनू पता लगेगा कि सतगुरां किन्नी दया कीती है। फिर शुकराना करेगा कि दम दम करो बेनती गुरु से, वही नकारे तन चाम से, और उपाओ ना ऐसा कोई, रटन करो सुबह शाम से। कहते होर कोई उपाओ ही नहीं हैगा, सिर्फ वही जिस तरह कहे रटन करो सुबह शाम, कि वही सतगुरां दा बचन दे उत्ते ही चलो, सवेरे शाम रात जदों मर्जी 24 घंटे अपने आप नूं इहो कोशिश करिए कि गुरु के बचन दे विचों बाहर ना निकली के पासे, क्योंकि उस तो बाहर निकलिया ही है कि सतगुरु बचन उलंघ के जहाँ जीव जे जाए, जहाँ जाए तहाँ काल है, कहे कबीर समझाए। जे सतगुरां दे बचन नूं लंघ के अपना बुद्ध पेश करने की कोशिश करांगे तो मार पेगी, फिर खतरा हमेशा ही मंडराउंदा रहेगा। पर जे गुरु के हुक्म दे विच रहेगा, ये कवच ये अगे रहेगा, फिर इनू कोई भी किसी तरह का भी कोई दुख नहीं। हाँ जी। और उपाओ न ऐसा कोई, रटन करो
सुबह शाम से प्रीत लाए नित करो साध संग हट रहो जग के खासो आम से। राधा स्वामी कहे सुनाई लगो जाए सतनाम से। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਹੁਣ ਦੇਖੋ ਫਿਰ ਉਹੀ ਬਚਨ ਆ ਗਏ, ਮੈਂ ਕਿਹਾ ਕਿ ਪ੍ਰੀਤ ਲਾਏ ਨਿਤ ਕਰੋ ਸਾਧ ਸੰਗ। ਅਸੀਂ ਸਾਧ ਸੰਗ ਤਾਂ ਕਰਦੇ ਹਾਂ, ਬੈਠਦੇ ਵੀ ਹਾਂ ਸੰਗਤ ਦੇ ਵਿੱਚ, ਸਤਿਗੁਰਾਂ ਪਾਸ ਵੀ ਆਉਂਦੇ ਹਾਂ, ਸਭ ਕੁਛ ਕਰਦੇ ਹਾਂ, ਪਰ ਜਿਹੜਾ ਕੰਮ ਕਰਨ ਵਾਲਾ ਮੇਨ ਉਹ ਨਹੀਂ ਕੀਤਾ। ਉਹ ਕਿਸੇ ਪ੍ਰੀਤ ਜਿਹੜੀ ਸੀ ਕਰਨੀ, ਪ੍ਰੀਤ ਰਹੀ ਦੁਨੀਆ ਨਾਲ ਹੀ, ਪ੍ਰੀਤ ਰਹੀ ਹੀ ਆਪਣੇ ਮਨ ਨਾਲ ਹੀ, ਪ੍ਰੀਤ ਰਹੀ ਆਪਣੇ ਹੀ ਸੁੱਖਾਂ ਦੁੱਖਾਂ ਨਾਲ ਹੀ। ਅਤੇ ਬਈ ਕਿਸ ਤਰੀਕੇ ਨਾਲ ਅਸੀਂ ਅੱਗੋਂ ਨਿਕਲਾਂਗੇ ਜੇ ਸਤਿਗੁਰਾਂ ਵਾਲੇ ਪਾਸੇ ਤੁਰਨਾ ਚਾਹੁੰਦੇ। ਜਿਸ ਤਰ੍ਹਾਂ ਬਾਕੀ ਕਿਸੇ ਪਾਸੇ ਵੀ ਅਸੀਂ ਤੁਰਦੇ ਹਾਂ ਅਤੇ ਪਹਿਲਾਂ ਉਹਦੇ ਨਾਲ ਪ੍ਰੀਤ ਹੁੰਦੇ, ਕਿਸੇ ਕੰਮ 'ਚ ਮਨ ਨਾ ਲੱਗੇ ਅਤੇ ਅਸੀਂ ਉਹ ਕੰਮ ਕਿਸ ਤਰ੍ਹਾਂ ਕਰਾਂਗੇ। ਜੇ ਸਾਨੂੰ ਆਪਣੀ ਦੁਕਾਨਾਂ ਨਾਲ, ਆਪਣੇ ਕਾਰੋਬਾਰ ਨਾਲ ਪਿਆਰ ਹੀ ਨਾ ਹੋਵੇ ਤਾਂ ਅਸੀਂ ਸੋਚੀਏ ਕਿ ਅਸੀਂ ਉੱਥੇ ਜਾਵਾਂਗੇ ਕਦੀ। ਉੱਥੇ ਜਿੰਨਾ ਕਿਸੇ ਨੂੰ ਉਹਦੇ ਨਾਲ ਪ੍ਰੀਤ ਹੁੰਦੀ ਹੈ ਓਨਾ ਹੀ ਉਹ ਵਧੀਆ ਤਰੀਕੇ ਨਾਲ ਚੱਲਦਾ ਹੈ। ਇਸੇ ਤਰ੍ਹਾਂ ਹੀ ਗੁਰੂ ਵਾਲੇ ਪਾਸੇ ਤੁਰਨਾ ਚਾਹੁੰਦੇ ਹਾਂ, ਪਰ ਪ੍ਰੀਤ ਜਿਹੜੀ ਆ ਹੋਰ ਚੀਜ਼ਾਂ ਨਾਲ ਕਰਦੇ ਹਾਂ, ਉਹ ਗੱਲ ਨਹੀਂ ਬਣਦੀ ਕਦੀ। ਇਸ ਕਰਕੇ ਫਰਮਾਇਆ ਪ੍ਰੀਤ ਲਾਏ ਨਿਤ ਕਰੋ ਸਾਧ ਸੰਗ ਹਟ ਰਹੋ ਜਗ ਕੇ ਖਾਸੋ ਆਮ ਸੇ। ਸਾਡੇ ਮਨ ਦੇ ਵਿੱਚ ਉਹ ਜਿਹੜੀਆਂ ਭਾਵਨਾਵਾਂ ਬਾਹਰ ਚੱਲਦੀਆਂ ਨੇ, ਜਿਸ ਤਰ੍ਹਾਂ ਜੇ ਸੰਗਤ ਦੇ ਵਿੱਚ ਵੀ ਆ ਕੇ ਸਾਨੂੰ ਇਹੋ ਹੀ ਦਿਖਦਾ ਰਹੇ ਕਿ ਇਹ ਵੱਡਾ, ਇਹ ਛੋਟਾ, ਇਹ ਤਗੜਾ, ਇਹ ਮਾੜਾ, ਇਹ ਅਮੀਰ, ਇਹ ਗਰੀਬ, ਇਹ ਕੋਈ ਸੋਹਣਾ, ਇਹ ਬਦਰੂ ਸੂਰਤ, ਅਤੇ ਫਿਰ ਅਸੀਂ ਕਦੀ ਵੀ ਸੇਵਾ ਨਹੀਂ ਕਰ ਸਕਦੇ। ਸਤਿਗੁਰਾਂ ਨੇ ਕਈ ਵਾਰ ਫਰਮਾਉਣਾ ਕਿ ਬਈ ਜਦੋਂ ਉਸ ਦਾਇਰੇ ਦੇ ਵਿੱਚ ਜਦੋਂ ਆਉਂਦੇ ਹਾਂ ਅਤੇ ਬਈ ਇਹ ਸਾਰਿਆਂ ਨੇ, ਗੁਰੂ ਮਹਾਰਾਜ ਨੇ ਕਈ ਵਾਰੀ ਸੇਵਾਦਾਰਾਂ ਨੂੰ ਦੱਸਣਾ ਕਿ ਬਈ ਇੱਕੋ ਅੱਖ ਨਾਲ ਸਾਰਿਆਂ ਨੂੰ ਦੇਖੋ, ਪਰ ਮਨ ਜਿਹੜਾ ਆ ਨਹੀਂ, ਇਹ ਵਾਰ ਚਾਹੀਦਾ ਤਾਂ ਸੀ ਡਰ ਇੱਕ ਦਾ ਹੀ, ਡਰ ਗੁਰੂ ਦਾ ਹੀ ਰਹੇ, ਪ੍ਰੀਤ ਗੁਰੂ ਦੀ ਹੀ ਰਹੇ, ਫਿਰ ਸੇਵਾ ਹੋ ਸਕਦੀ ਹੈ। ਜਦੋਂ ਇਹ ਬਾਕੀ ਚੀਜ਼ਾਂ ਦੇਖਦਾ ਰਹਿੰਦਾ ਆ ਅਤੇ ਫਿਰ ਇਹ ਕਦੀ ਵੀ ਜਿਹੜਾ ਅੱਗੇ ਨਹੀਂ ਵੱਧ ਸਕਦਾ। ਇਸ ਕਰਕੇ ਫਰਮਾਇਆ ਕਿ ਖਾਸ ਹੋਵੇ, ਆਮ ਹੋਵੇ, ਅਸੀਂ ਲੈਣਾ ਕੀ ਕਿਸੇ ਕੋਲੋਂ। ਅਸੀਂ ਸਾਰੇ ਹੀ ਗੁਰੂ ਵਾਸਤੇ ਹੀ ਆ ਰਹੇ ਹਾਂ। ਅਸੀਂ ਇੱਕ ਦੂਸਰੇ ਕੋਲ ਠੀਕ ਹੈ ਪ੍ਰੇਮ ਕਰਨਾ, ਪਿਆਰ ਕਰਨਾ ਆ, ਪਿਆਰ ਨਾਲ ਸੇਵਾ ਹੋਣੀ ਹੈ, ਪਰ ਸੱਚੀ ਪ੍ਰੀਤ ਜਿਹੜੀ ਹੈ ਉਹ ਸਿਰਫ ਗੁਰੂ ਨਾਲ ਲੱਗੀ ਰਹੇ, ਫਿਰ ਸਾਨੂੰ ਕੋਈ ਦੁੱਖ ਨਹੀਂ ਹੋਏਗਾ। ਫਿਰ ਕੋਈ ਸੇਵਾਦਾਰ ਕੁਛ ਕਹਿ ਵੀ ਦੇਵੇਗਾ, ਜਿਸ ਤਰ੍ਹਾਂ ਅਸੀਂ ਕਈ ਵਾਰੀ ਮਨ 'ਚ ਹੁੰਦਾ ਰਹਿੰਦਾ ਹੈ ਮੈਨੂੰ ਫਲਾਣੇ ਨੇ ਆਹ ਕਹਿ ਦਿੱਤਾ, ਮੈਨੂੰ ਢੀਂਗੜੇ ਨੇ ਆਹ ਕਹਿ ਦਿੱਤਾ, ਫਿਰ ਅਸੀਂ ਕੀ ਕਰਾਂਗੇ। ਸਾਨੂੰ ਹੋਗਾ ਬਈ ਅਸੀਂ ਇਹਨਾਂ ਵਾਸਤੇ ਆਏ ਹਾਂ, ਜੇ ਆਪਾਂ ਗੁਰੂ ਵਾਸਤੇ ਆਏ ਹਾਂ, ਜੇ ਗੁਰੂ ਦੇ ਕੋਲ ਆਏ ਹਾਂ, ਗੁਰੂ ਦੇ ਕੋਲ ਬੈਠੇ ਹਾਂ, ਅਤੇ ਫਿਰ ਬਾਕੀਆਂ ਦੀ ਕਿੱਥੋਂ ਪਰਵਾਹ ਹੋਏਗੀ। ਨਹੀਂ ਤਾਂ ਮਨ ਜਿਹੜਾ ਆ ਇਹੋ ਹੀ ਕੋਈ ਨਾ ਕੋਈ ਬਹਾਨਾ ਹੀ ਲੱਭਦਾ ਰਹਿੰਦਾ ਹੈ। ਇਹ ਬਹਾਨਾ ਹੀ ਲੱਭਦਾ ਰਹਿੰਦਾ ਕਿ ਕਿਸ ਤਰੀਕੇ ਦੇ ਨਾਲ ਮਤਲਬ ਪਿੱਛੇ ਹੋਇਆ ਜਾਵੇ, ਅਤੇ ਇਹ ਨਹੀਂ। ਗੁਰੂ ਦੇ ਨਾਲ ਜੇ ਪ੍ਰੀਤ ਹੈ ਫਿਰ ਗੁਰੂ ਵੱਲ ਧਿਆਨ ਦੇਵੇ, ਫਿਰ ਇਹਨੂੰ ਕੋਈ ਵੀ ਚੀਜ਼ ਇਹਨੂੰ ਕਿਸੇ ਤਰ੍ਹਾਂ ਵੀ ਇਹਨੂੰ ਹੈਰਾਨ ਪਛਾਣ ਨਹੀਂ ਕਰ ਸਕਦੀ। ਉਹ ਕਿਹਾ ਕਿ ਜੋ ਕਹਿੰਦੀ ਹੈ ਦੁਨੀਆ ਕਹਿੰਦੀ ਰਹੇ, ਸਾਨੂੰ ਦਇਆ ਗੁਰਾਂ ਦੀ ਪੈਂਦੀ। ਜੇ ਗੁਰੂ ਦੀ ਦਇਆ ਏ, ਗੁਰੂ ਦਾ ਪਿਆਰ ਏ, ਅਤੇ ਫਿਰ ਲੋਕ ਦੁਨੀਆ ਜੋ ਮਰਜ਼ੀ ਕਰਦੀ ਰਹੇ, ਫਿਰ ਇਹਦੀ ਕਾਹਦੀ ਪਰਵਾਹ ਹੈ। ਅਸੀਂ ਕਿਸੇ ਕੋਲ ਕੁਛ ਲੈਣਾ। ਤੈਨੂੰ ਕਹਾਂ ਕਿ ਰਾਧਾ ਸੁਆਮੀ ਕਹੇ ਸੁਨਾਈ ਲੱਗੋ ਜਾਏ ਸਤਨਾਮ ਸੇ, ਕਿ ਸਤਿਗੁਰ ਦੇ ਵਚਨ ਫਰਮਾ ਰਹੇ ਨੇ ਕਿ ਬਈ ਉਸ ਸੱਚੇ ਨਾਮ ਦੇ ਨਾਲ ਪ੍ਰੀਤ ਲਗਾਉਣੀ, ਸੱਚੇ ਨਾਮ ਦੇ ਨਾਲ, ਉਹ ਸਤਨਾਮ ਦੇ ਨਾਲ ਅਸੀਂ ਜੁੜਨਾ ਹੈ। ਇਹ ਜਿਹੜੇ ਸੰਸਾਰੀ ਬੜੇ ਨਾਮ ਨੇ, ਇੱਥੇ ਹਰ ਇੱਕ ਦਾ ਇੱਕ ਅਲੱਗ ਅਲੱਗ ਨਾਮ, ਬੜੇ ਕੋਈ ਪਿਆਰੇ ਨੇ, ਬੜਾ ਕਈਆਂ ਨਾਲ ਪਿਆਰ ਏ, ਬੜਾ ਅਸੀਂ ਉਹਨਾਂ ਨਾਲ ਮੋਹ ਏ, ਪਰ ਬਈ ਜਿਹੜਾ ਇਹ ਨਾਮ ਸਾਰੇ ਝੂਠੇ ਨੇ। ਇਹ ਇੱਥੇ ਹੀ ਨਾਲ ਮਿਲੇ, ਇੱਥੇ ਹੀ ਸਾਰੇ ਰਹਿ ਜਾਣੇ ਨੇ, ਕਿਸੇ ਨਾਮ ਨੇ ਸਾਡੇ ਨਾਲ ਨਹੀਂ ਨਿਭਣਾ ਹੈਗਾ। ਜਿਸ ਤਰ੍ਹਾਂ ਸੰਸਾਰੀ ਨਾਤੇ ਨੇ, ਮਾਤਾ ਪਿਤਾ ਭੈਣ ਭਰਾ, ਜਿੰਨੇ ਵੀ ਨਾਤੇ ਸਾਰੇ ਨਾਮ ਇਹਨਾਂ ਦੇ ਕੋਈ ਨਾ ਕੋਈ ਹੈਗੇ ਨੇ, ਪਰ ਇਹ ਨਾਮ ਜਿਹੜੇ ਨੇ ਸਾਨੂੰ ਲੱਗਦੇ, ਪਰ ਇਹ ਸਾਡੀ ਮਦਦ ਉੱਥੇ ਨਹੀਂ ਕਰ ਸਕਦੇ ਜਿੱਥੇ ਗੁਰੂ ਨੇ ਮਦਦ ਕਰਨੀ ਹੈ।
इस करके हमेशा ही जिस तरह ने फरमाया दम दम करो बेनती गुर से, हमेशा ही हर दम ਜਿਹੜਾ ਹੈ ਸਤਿਗੁਰਾਂ ਦੇ ਧਿਆਨ ਦੇ ਵਿੱਚ ਸਾਡਾ ਗੁਜ਼ਰੇ। ਬਸ ਇਹੋ ਬੇਨਤੀ ਹਮੇਸ਼ਾ ਕਰਦੇ ਰਹੀਏ ਕਿ ਸਤਿਗੁਰ ਤੁਹਾਡੀ ਯਾਦ ਨਾ ਕਦੀ ਵਿਸਰੇ। ਜਿੱਥੇ ਮਰਜ਼ੀ ਕੰਮ ਕਰਦੇ ਕਰਨੇ ਨੇ, ਡਿਊਟੀਆਂ ਬਹੁਤ ਨੇ, ਅਸੀਂ ਗ੍ਰਸਤੀ ਹਾਂ, ਸੰਸਾਰ 'ਚ ਵਿਚਰਨਾ ਹੈ, ਕੰਮ ਕਾਰ ਸਾਰੇ ਕਰਨੇ ਨੇ। ਪਰ ਜਿਸ ਤਰ੍ਹਾਂ ਫਰਮਾਇਆ ਕਿ ਹੱਥ ਕਾਰ ਵੱਲ ਚਿੱਤ ਯਾਰ ਵੱਲ, ਹੱਥਾਂ ਨਾਲ ਕੰਮ ਕਰਦੇ ਰਹੀਏ ਔਰ ਚਿੱਤ ਕਰਕੇ ਆਪਣੀ ਜਿਹੜੀ ਪ੍ਰੀਤ ਹੈ ਉਹ ਗੁਰੂ ਦੇ ਨਾਲ ਚਰਨਾਂ 'ਚ ਲਾਈ ਰੱਖੀਏ। ਰਾਧਾ ਸੁਮੀ ਰਾਧਾ ਸੁਮੀ। ਹੋ ਗਣ ਹਾਰਾ ਗੁਣ ਨਹੀਂ ਮਨ ਕਾ ਬੜਾ ਕਠੋਰ, ਐਸੇ ਸਮਰੱਥ ਸਤ ਗੁਰੂ ਤਾਹੇ ਲਗਾਵੇ ਠੋਰ। ਤੁਮ ਤੋ ਸਮਰੱਥ ਸਾਈਆਂ ਦ੍ਰਿੜ ਕਰ ਪਕੜੋ ਬਾਹੇ, ਤੋਰ ਹੀ ਲੈ ਪਹੁੰਚਾਇਓ, ਜਨ ਛਾੜਿਓ ਮਗ ਮਾਹੀ। ਸੂਰਤ ਕਰੋ ਮੇਰੇ ਸਾਈਆਂ, ਹਮ ਹੈਂ ਭਵ ਜਲ ਮਾਹੀ। ਆਪੇ ਹੀ ਬਹਿ ਜਾਏਂਗੇ, ਜੋ नहीं पकड़ो बाहें। घाट समुंदर लख ना पड़े, उठे लहर अपार, दिल दरिया समरथ बिना कौन उतारे पार। सब धरती कागज करूं लेखन, सब बन राए। सात सहिंद की मास करूं, गुरु गुण लिखा ना जाए। मुझ गण है तुझ गुण, तुझ गुण गण मोज। जो मैं बिसरूं तुझको, तुम मत बिसर्यो मोज। जो मैं भूल बिगाड़िया, ना कर मैला चेत। साहिब गौरा लोड़िए, नफर बिगाड़े नेत। ओ गण किए तो बहु किए,
करत ना मानिहार पावें बंदा बख्शियो पावें गरदन मार। मैं अपराधी जन्म का नख से खबराविकार तुम दाता दुख पंजना मेरी करो संभाल। मान परतीत ना प्रेम रस ना कछु तन में डंग ना जानू महाराज से क्यों कर रहसी रंग। क्या मुख ले बेनती करूं लाज आवत है मोहे तुम देखत गण करूं कैसे भाऊं तो भगति दान मोहे दीजिए गुरुदेवन के देव और नहीं कछु चाहिए। इस दिन तेरी सेव जो अब के सत गुरु मिले सब दुख आँखों रोए चरनायों पर शीश धार कहूँ जो कहना होए। जो अब के साहेब मिले सब दुख आँखों रोए चरनायों पर शीश धार कहूँ जो कहना होए। करूँ बेनती रौकार जोड़ी अरज सुनियो राधा स्वामी मोरी। सात पुरुष तुम सात गुरु दाता सब जीवन के पिता और माता दयादार अपना कर लीजिए काल जाल से न्यारा कीजिए
ਸਤ ਯੁਗ ਤ੍ਰੇਤਾ ਦੁਆਪਰ ਬੀਤਾ ਕਾਹੂ ਨਾ ਜਾਣੀ ਸ਼ਬਦ ਕੀ ਰੀਤਾ ਕਾਲ ਯੁਗ ਮੈਂ ਸਤਿਗੁਰੂ ਦਇਆ ਵਿਚਾਰੀ ਪ੍ਰਗਟ ਕਰਕੇ ਸ਼ਬਦ ਪੁਕਾਰੀ ਜੀਵ ਕਾਜ ਸਤਿਗੁਰੂ ਜਗ ਮੈਂ ਆਏ ਭਾਵ ਸਾਗਰ ਸੇ ਪਾਰ ਲੰਘਾਏ ਤੀਨ ਛੋੜ ਚੌਥਾ ਪਦ ਦੀਨਾ ਸਤਿਨਾਮ ਸਤਿਗੁਰੂ ਗਤ ਚੀਨਾ ਜਾਗ ਮਗ ਜੋਤ ਹੋਤ ਉਜਿਆਰਾ ਗਗਨ ਸਰੋਤ ਪਰ ਚੰਦਰ ਨਿਹਾਰਾ ਸੇਤ ਸਿੰਘਾਸਨ ਛਤਰ ਬਿਰਾਜੇ ਅਨਹਦ ਸ਼ਬਦ ਗੈਬ ਧੁਨ ਗਾਜੇ ਸ਼ਰਿਆ ਸ਼ਰ ਮੈਂ ਆਸ਼ਰ ਪਾਰਾ ਬੇਨਤੀ ਕਰੇ यहाँ दास तुम्हारा लोक आलोक पाऊँ मैं सुख धाम चरण शरण दीजे विश्रामा लोक लोक पाऊँ मैं सुख धाम चरण शरण दीजे विश्रामा करूँ बेनती दाऊँ कर जोड़ी सतगुर दाऊँ कर जोड़ी अरज सुनियो राधा स्वामी जी सतगुरु मोरी दासां की है बेनती सुनो गरीब निवाज तो मैं पूत कपूत हाँ बहुड़ पिता को लाज बार बार बेनती करूं अर्ज करूं हाथ जोड़ सत्संग सिमरन भजन दी दर्शन दीनत लोड़ सब संगत के हृदय में वसे आपका प्रेम सत्संग सिमरन भजन दा ਬਣਿਆ ਰਹੇ ਨਿਤਨੇਮ सब संगत के हृदय में वसे आपका प्रेम सत्संग सिमरन भजन दा
ਬਣਿਆ ਰਹੇ ਨਿਤਨੇਮ।